ਸਤਿ ਸ਼੍ਰੀ ਅਕਾਲ HSN TV ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸ਼ੀਤਲ ਠਾਕੁਰ ਚੋਣਾਂ ਭਰੀ ਚੰਗੇਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਸੋ ਸਿਆਸਤ ਨਾਲ ਜੁੜੇ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ। ਚੋਣਾਂ ਦੇ ਦਿਨ ਨਜ਼ਦੀਕ ਨੇ ਔਰ ਤਕਰੀਬਨ ਮੈਨੂੰ ਲੱਗਦਾ ਹੈ ਕਿ 10-11 ਦਿਨ ਦਾ ਜਿਹੜਾ ਸਮਾਂ ਰਹਿ ਚੁੱਕਿਆ ਹੈ ਵੋਟਾਂ ਵਾਲੇ ਦਿਨ ਨੂੰ। ਸੋ ਉਸ ਦਿਨ ਦੀ ਉਡੀਕ ਹਰ ਕੋਈ ਕਰ ਰਿਹਾ ਹੈ ਔਰ ਜਿਹੜਾ ਨਤੀਜਾ ਹੈ ਉਹ 10 ਮਾਰਚ ਨੂੰ ਆਏਗਾ। फिलहाल हर रोज सियासी आगू अपनी चोण प्रचार के दौरान किहो जे मोड़ मुड़ रहे ने और ये मोड़ मुड़ मुड़ के किहो जी मंजिल ते पहुंच रहे ने। इन्हां मुद्दिआं दे उत्ते गलबात करांगे। साडे माहर मेहमान साडे नाल जुड़े ने, आओ उन्हां दा स्वागत करदे हां। सर बहुत बहुत स्वागत है तुहाडा प्रोग्राम चोणा परी चंगेर। शुक्रिया शीतल जी, सत श्री अकाल, नमस्कार, आदाब। सर जिवें कि असीं गल कर रहे हां कि चोणां नूं कुछ ही दिन रह गए ने और हर रोज नवीं गतिविधियां साडे सामने आंदियां ने। सो अज मैं गल करूंगी पंजाब दे विच रेत माफिया नूं लैके जिहड़ी राजनीति हुण खेडी जा रही है। सिर्फ एक रेत माफियाई शब्द मैं कहूँगी इहदे उत्ते ही हरेक पार्टी जिहड़ी है राजनीति कर रही है। इस तो पहला 2017 दी विधान सभा चोणां दे विच कैप्टन अमरिंदर सिंह ने माफिया नूं खत्म करन दा ऐलान कीता सी, पर इस तो पहला जिहड़े मुद्दे सन वो मेन सीगे केबल दा मुद्दा, इस तो इलावा शराब का ते ट्रांसपोर्ट का जिहड़ा कि अकालियां दी सरकार दे विच ही ये बहुत ज़्यादा उभर के सामने आया सी। सो लोग कहते सन कि इन्हां दी बदौलत जिहड़े हन ये तीन मुद्दिआं दे उत्ते काम होना बहुत जरूरी है। पर अज दे समय दे विच जिवें जिवें 2022 दीआं चोणां नज़दीक आ रहीआं ने, केबल शराब ते ट्रांसपोर्ट नूं भुल के हर कोई रेत माफीए वल तुरदा जा रहा है। और जदों तो चन्नी दे भतीजे नूं ईडी दे वल्लों पुछ पड़ताल शुरू हुई है उदों तो ही सिर्फ कांग्रेस नूं छड्ड दिओ तां सिर्फ चन्नी साहब दे उत्ते जिहड़े हमले विन्ने जा रहे ने। की लगदा है तुहानूं कि ये जिहड़ी हुण राजनीति है सिर्फ रेत माफिया दे उत्ते बैठ गई है? शीतल जी, चोणां पहलां भी हुंदियां ने, उदों पहलां भी हुंदियां रहीआं ने, पर थोड़े समय दे विच माफिया राज दे संबंध विच बड़ा मतलब कह लो लोकां दे विच जागृति भी आई है, आलोचना भी हुई है, सियासी पार्टियां नूं घेरिया भी गया है। लेकिन हुण माहौल इस तरह का है कि माफिया राज नूं खत्म करना किसी दे भी वस दी गल नहीं जी। ਉਹਦੇ ਕਾਰਨ ਕੀ ਨੇ ਤਾਂ ਤੁਹਾਨੂੰ ਬਾਅਦ ਦੱਸਾਂਗੇ। 2017 ਦੀਆਂ ਚੋਣਾਂ ਤੋਂ ਪਹਿਲਾਂ 10 ਸਾਲ ਅਕਾਲੀ ਭਾਜਪਾ ਦੀ ਸਰਕਾਰ ਰਹੀ। ਉਸ ਦੌਰਾਨ ਕੇਬਲ ਮਾਫੀਆ, ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ ਔਰ ਨਸ਼ਿਆਂ ਦੀ ਤਸਕਰੀ ਸੀ ਜਿਹੜੀ ਇਹ ਚਰਮ ਸੀਮਾ ਤੇ ਸੀ ਜੀ, ਆਪ ਨੂੰ ਪਤਾ ਹੀ ਹੈ ਨਾ। ਸੋ ਉਸ ਵੇਲੇ ਵੀ ਲੋਕਾਂ ਨੇ ਬੜਾ ਹਾਲ ਪਾਰਿਆ ਕੀਤਾ ਔਰ ਵਿਰੋਧੀ ਸਿਆਸੀ ਪਾਰਟੀਆਂ ਨੇ ਨਿਸ਼ਾਨਾ ਵੀ ਬਣਾਇਆ, ਪਰ ਕਿਸੇ ਅਕਾਲੀ ਦੇ ਕਿਸੇ ਭਾਜਪਾਈ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ। ਔਰ ਜੋ ਪੰਜਾਬ ਦੀ ਜਿਹੜੀ ਸਰਕਾਰੀ ਟਰਾਂਸਪੋਰਟ ਹੈ ਪੈਪਸੂ ਰੋਡਵੇਜ਼, ਉਹਦਾ ਜੋ ਹਾਲ ਹੋਇਆ ਜਾਂ ਪੰਜਾਬ ਰੋਡਵੇਜ਼ ਦਾ ਜੋ ਹਾਲ ਹੋਇਆ ਉਹ ਸਭ ਦੇ ਸਾਹਮਣੇ ਹੈ। ਥੋੜੀਆਂ ਜੀਆਂ ਬੱਸਾਂ ਤੋਂ 6000 7000 ਬੱਸਾਂ ਦਾ ਅੰਪਾਇਰ ਖੜਾ ਕਰ ਲਿਆ ਔਰ ਦਿੱਲੀ 에ਅਰਪੋਰਟ ਤੱਕ ਸਰਕਾਰੀ ਬੱਸ ਨਹੀਂ ਜਾ ਸਕਦੀ, ਹੁਣ ਵੀ ਨਹੀਂ ਜਾ ਸਕਦੀ ਜੀ, ਕਿਉਂਕਿ ਹੁਣ ਭਾਵੇਂ ਕੇਜਰੀਵਾਲ ਕਹਿੰਦਾ ਕਿ ਜੀ ਇਹਨਾਂ ਨੇ ਐਂ ਕੀਤਾ ਉਹ ਕੀਤਾ, ਉਹ ਉੱਥੇ ਸਰਕਾਰੀ ਪੰਜਾਬ ਦੀ ਬੱਸ ਨੂੰ ਵੜਨ ਨਹੀਂ ਦਿੰਦਾ ਜਿਹੜਾ ਨਿਜ਼ਾਮ ਬਦਲੀ ਦੇ ਦਾਅਵੇ ਕਰਦਾ। ਔਰ ਟਰਾਂਸਪੋਰਟ ਜਿੰਨੀ ਵੀ ਸੀ, ਜਿਹੜੇ ਛੋਟੇ ਮਤਲਬ ਟਰਾਂਸਪੋਰਟ ਸੀ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ, ਉਹਨਾਂ ਨੂੰ ਡਰਾਇਆ ਗਿਆ, ਧਮਕਾਇਆ ਗਿਆ, ਇੱਥੋਂ ਤੱਕ ਕਿ ਇਹਨਾਂ ਬੰਦਿਆਂ ਨੇ ਪੂਰੀ ਬੁਰਛਾਗਰਦੀ ਕੀਤੀ। ਇਹਨਾਂ ਦੇ ਡਰਾਈਵਰਾਂ ਨੇ, ਇਹਨਾਂ ਦੇ ਕੰਡਕਟਰਾਂ ਨੇ। ਜਿਹੜੀਆਂ ਸਰਕਾਰੀ ਬੱਸਾਂ ਨੇ ਉਹਨਾਂ ਨੂੰ ਤਾਂ ਮਤਲਬ ਅਲੋਟਡ ਟਾਈਮ ਬਹੁਤ ਥੋੜਾ, ਇਹ ਜੋ ਮਰਜ਼ੀ ਕਰੀ ਜਾਣ, ਜਿੰਨੇ ਮਰਜ਼ੀ ਮਿੰਟ ਖੜੇ ਰਹਿਣ, ਜਿਹਦੇ ਮਰਜ਼ੀ ਅੱਗੇ ਬੱਸ ਲੈਣ, ਜਿੱਥੋਂ ਮਰਜ਼ੀ ਸਵਾਰੀਆਂ ਚੜਾ ਲੈਣ। ਇਹੀ ਹਾਲ ਫਿਰ ਰੇਤ ਮਾਫੀਏ ਦਾ ਹੋਇਆ ਔਰ ਰੇਤ ਮਾਫੀਏ 'ਚ ਵੀ ਬੜੇ ਪੈਸੇ ਕਮਾਏ ਕਹਿੰਦੇ ਇਹਨਾਂ ਨੇ। ਫਿਰ ਕੇਬਲ ਨੈਟਵਰਕ ਸੀ ਜਿਹੜਾ ਉਹ ਇਹਨਾਂ ਦੇ ਅਧੀਨ ਆ ਗਿਆ। ਇੱਥੋਂ ਤੱਕ ਕਿ ਅਕਾਲੀਆਂ ਨੇ ਗੁਰਬਾਣੀ ਹੈ ਜਿਹੜੀ ਉਹਨੂੰ ਆਪਣੀ ਨਿੱਜੀ ਜਾਇਦਾਦ ਬਣਾ ਲਿਆ ਔਰ ਸ਼ਬਦ ਕੀਰਤਨ ਜੋ ਪ੍ਰਸਾਰਿਤ ਹੁੰਦਾ ਹੈ ਸ਼੍ਰੀ ਹਰਮੰਦਰ ਸਾਹਿਬ ਤੋਂ, ਜੋ ਮਰਿਆਦਾ ਦਾ ਪ੍ਰਸਾਰਣ ਹੁੰਦਾ ਉਹ ਉਹਨਾਂ ਨੇ ਏਕਾਧਿਕਾਰ ਜਮਾ ਲਿਆ ਉਹਦੇ ਤੇ ਔਰ PTC ਨੂੰ ਉਹ ਦੇਤਾ। PTC ਇਹਨਾਂ ਦਾ ਆਪਣਾ ਚੈਨਲ ਹੈ ਜੀ, ਮਤਲਬ ਮੀਡੀਆ ਦੇ ਉੱਪਰ ਵੀ ਔਰ ਗੁਰਬਾਣੀ ਵੇਚਣ ਦਾ ਕਾਰੋਬਾਰ ਅਲੱਗ ਹੈ ਇਹਨਾਂ ਦਾ। ਗੁਰੂ ਦੀ ਗੋਲਕ ਦਾ ਦੁਰਉਪਯੋਗ ਕਰਨਾ ਤਾਂ ਇਹਨਾਂ ਨੂੰ ਪਤਾ ਹੈ ਵੀ ਰਾਜਨੀਤੀ ਵਾਸਤੇ ਹੁੰਦਾ ਹੀ ਹੈ। ਜਦੋਂ ਇਹ ਲੰਗਰ ਲਾਉਂਦੇ ਨੇ ਆਪਣੀਆਂ ਸਿਆਸੀ ਰੈਲੀਆਂ ਵਿੱਚ, ਉਹ ਸ਼੍ਰੋਮਣੀ ਕਮੇਟੀ ਲਾਉਂਦੀ ਹੈ ਔਰ ਸ਼੍ਰੋਮਣੀ ਕਮੇਟੀ ਗੁਜ਼ਰੀਆ ਕਥਿਤ ਤੌਰ ਤੇ ਜਿਹੜੀ ਇਹਨਾਂ ਦੇ ਕਾਲੇ ਧਨ ਨੂੰ ਚਿੱਟਾ ਕਰ ਦਿੰਦੀ ਹੈ। ਹੁਣ ਚੋਣਾਂ ਦੇ ਵਿੱਚ ਫਿਰ ਮਾਫੀਆ ਦਾ ਮੁੱਦਾ। ਅਮਰਿੰਦਰ ਸਿੰਘ ਨੇ ਕਿਹਾ ਸੀ ਮੈਂ ਮਾਫੀਆ ਰਾਜ ਖਤਮ ਕਰ ਦੂੰਗਾ, ਪਰ ਕੁਝ ਨਹੀਂ ਹੋਇਆ। ਇਹ ਖਤਮ ਨਹੀਂ ਹੋ ਸਕਦਾ। ਖਤਮ ਕਿਉਂ ਨਹੀਂ ਹੋ ਸਕਦਾ? ਇਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ। ਇਹਦੇ ਵਿੱਚ ਵੱਡੇ ਵੱਡੇ ਮਗਰਮੱਛ ਸ਼ਾਮਿਲ ਨੇ, ਪੂੰਜੀਪਤੀ ਸ਼ਾਮਿਲ ਨੇ, ਪ੍ਰਸ਼ਾਸਨਿਕ ਅਧਿਕਾਰੀ ਸ਼ਾਮਿਲ ਨੇ, ਕਥਿਤ ਤੌਰ ਤੇ ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਹੈ ਔਰ ਸਿਆਸਤਦਾਨ ਜਿਹੜੇ ਨੇ ਉਹ ਪੁਲਿਸ ਦੀ ਧੌਂਸ ਨਾਲ ਇਹ ਸਾਰਾ ਕਾਰੋਬਾਰ ਕਰਦੇ ਨੇ। ਉਹਦੇ ਵਿੱਚ ਕੋਈ ਦੁੱਧ ਧੋਤਾ ਨਹੀਂ, ਭਾਵੇਂ ਉਹ ਆਮ ਆਦਮੀ ਪਾਰਟੀ ਹੈ, ਭਾਵੇਂ ਉਹ ਇਹ ਆਪਣੇ ਕਾਂਗਰਸ ਦੀ ਮਤਲਬ ਪਾਰਟੀ ਹੈ ਜਾਂ ਚਰਨਜੀਤ ਸਿੰਘ ਚੰਨੀ ਨੇ ਜਾਂ ਕੋਈ ਇਹਨਾਂ ਦੇ ਹੋਰ ਸਿਆਸਤਦਾਨ ਨੇ, ਜਾਂ ਫਿਰ ਉਹ ਅਕਾਲੀ
ਨੇ ਜਾਂ ਫਿਰ ਉਹ ਭਾਜਪਾ ਹੀ ਨੇ ਜਾਂ ਉਹ ਬਸਪਾ ਵਾਲੇ ਨੇ, ਜਿਹਦੇ ਕੋਲੇ ਤਾਕਤ ਆਏਗੀ ਉਹ ਮਾਫੀਆ ਰਾਜ ਦੇ ਵਿੱਚ ਸ਼ਰੀਕ ਹੋਵੇਗਾ ਹੀ ਹੋਵੇਗਾ, ਕਿਉਂਕਿ ਉਸ ਬਿਨਾਂ ਪੈਸਾ ਕਮਾਇਆ ਨਹੀਂ ਜਾ ਸਕਦਾ। ਤੁਸੀਂ ਜੇ ਇਹ ਸੋਚਦੇ ਹੋ ਕਿ ਵਿਧਾਇਕ ਮੰਤਰੀ ਬਣ ਕੇ ਜਿੰਨੀ ਕੁ ਤੁਹਾਨੂੰ ਤਨਖਾਹ ਮਿਲਦੀ ਹੈ ਜਾਂ ਤੁਹਾਨੂੰ ਭੱਤੇ ਮਿਲਦੇ ਆ ਤੁਸੀਂ ਉਹਦੇ ਸਬਰ ਕਰ ਲਵੋ, ਸਬਰ ਨਹੀਂ ਹੁੰਦਾ ਕਿਉਂਕਿ ਸਿਆਸਤ ਦਾ ਮਤਲਬ ਆਪਣੀਆਂ ਤਿਜੋਰੀਆਂ ਭਰਨੀਆਂ, ਆਪਣੀਆਂ ਨਸਲਾਂ ਜਿਹੜੀਆਂ ਆਉਣ ਵਾਲੀਆਂ ਨੇ ਉਹਨਾਂ ਵਾਸਤੇ ਚੰਗਾ ਮਤਲਬ ਮੋਟਾ ਧਨ ਛੱਡ ਕੇ ਜਾਣਾ। ਸੋ ਇਹ ਸਾਰੀਆਂ ਗੱਲਾਂ ਨੇ, ਇਹਨੂੰ ਐਵੇਂ ਮੁੱਦਾ ਬਣਾਇਆ ਜਾ ਰਿਹਾ ਕਿ ਜੀ ਮਾਫੀਆ ਉਹ ਕਰਦਾ ਆ ਕਰਦਾ, ਕਿਉਂਕਿ ਸਾਰੇ ਹੀ ਬੰਦੇ ਇਸ ਆਮਾਮ ਦੇ ਵਿੱਚ ਨੰਗੇ ਨੇ, ਇਹ ਸਾਰੇ ਸਿਆਸਤਦਾਨ ਨੰਗੇ ਨੇ ਜੀ, ਔਰ ਸਭ ਦੇ ਕਿਸੇ ਦਾ ਪਰਦਾ ਟਕਿਆ ਨਹੀਂ ਹੋਇਆ ਔਰ ਲੋਕ ਇਹ ਜਾਣਦੇ ਨੇ। ਬਿਲਕੁਲ, ਇਹਨੂੰ ਮੁੱਦਾ ਹੀ ਸਿਰਫ ਬਣਾਇਆ ਗਿਆ, ਇਹਦੇ ਤੇ ਅਮਲ ਦਰਾਮਦ ਕਦੇ ਨਹੀਂ ਹੋਣਾ, ਕਦੇ ਵੀ ਨਹੀਂ ਹੋਣਾ। ਔਰ ਦੇਖਿਆ ਜਾਵੇ ਤਾਂ ਸਰ ਬਹੁਤ ਸਾਰੇ ਮੁੱਦੇ ਜਿਹੜੇ ਜਿਨ੍ਹਾਂ ਦੇ ਉੱਤੇ ਕੰਮ ਹੋਣ ਦੀ ਲੋੜ ਆ, ਜਿਨ੍ਹਾਂ ਦੇ ਉੱਤੇ ਮੈਂ ਕਹੂੰਗੀ ਮੁੱਦਾ ਚੁੱਕਣ ਦੀ ਲੋੜ ਆ, ਉਹ ਮੁੱਦੇ ਨਹੀਂ ਚੁੱਕੇ ਜਾ ਰਹੇ। ਸਿਰਫ ਤੇ ਸਿਰਫ ਆਪਣੀ ਰਾਜਨੀਤੀ ਨੂੰ ਧਿਆਨ ਦੇ ਵਿੱਚ ਰੱਖ ਕੇ ਕਿ ਦੂਸਰੇ ਨੂੰ ਅਸੀਂ ਕਿਵੇਂ ਥੱਲੇ ਲਾਈਏ, ਇਹੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਕੀ ਸਮਾਜ ਸੇਵਾ ਤਾਂ ਹਜੇ ਤੱਕ ਕਿਤੇ ਨਜ਼ਰ ਵੀ ਨਹੀਂ ਆ ਰਹੀ। ਇਹਦੇ ਨਾਲ ਹੀ ਗੱਲ ਕਰਦੇ ਹਾਂ ਦੂਸਰੀ, ਜਦੋਂ ਦਾ ਰਾਹੁਲ ਗਾਂਧੀ ਜੀ ਨੇ ਪੰਜਾਬ ਦੇ ਵਿੱਚ ਆ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਐਲਾਨ ਕਰ ਦਿੱਤਾ, ਉਸ ਤੋਂ ਬਾਅਦ ਹੀ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਦੇ ਵੱਲੋਂ ਚੰਨੀ ਨੂੰ ਹੀ ਸਿਰਫ ਘੇਰਿਆ ਜਾ ਰਿਹਾ। ਜਿੱਥੇ ਤੱਕ ਕਿ ਉਹਨਾਂ ਦੀ ਜਾਇਦਾਦ ਦੀ ਅਸੀਂ ਗੱਲ ਕਰਦੇ, ਉਹਨਾਂ ਦੀ ਜਾਇਦਾਦ ਨੂੰ ਲੈ ਕੇ ਵੀ ਬਹੁਤ ਸਾਰੇ ਤੰਜ ਕਸੇ ਗਏ ਨੇ, ਬਹੁਤ ਸਾਰੀਆਂ ਆਗੂਆਂ ਦੇ ਵੱਲੋਂ ਬਹੁਤ ਕੁਝ ਕਿਹਾ ਗਿਆ। ਇਹ ਵੀ ਕਿਹਾ ਗਿਆ ਕਿ ਗਰੀਬ ਤਾਂ ਸਿਰਫ ਦਿਖਾਇਆ ਗਿਆ ਜਦਕਿ ਉਹਨਾਂ ਕੋਲ ਬਹੁਤ ਜ਼ਿਆਦਾ ਜਿਹੜੀ ਹੈ ਪ੍ਰਾਪਰਟੀ ਹੈ। ਜਿਵੇਂ ਕਿ ਗੱਲ ਕਰਦੇ ਆ ਭਗਵੰਤ ਮਾਨ ਜੀ ਦੀ, ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਉਹਨਾਂ ਦੇ ਕੋਲ 169 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ, ਪਰ ਇਹਨਾਂ ਗੱਲਾਂ ਦੇ ਹੁਣ ਜਵਾਬ ਜਿਹੜੇ ਨੇ ਚੰਨੀ ਸਾਹਿਬ ਨੇ ਦਿੱਤੇ ਨੇ। ਚੋਣ ਪ੍ਰਚਾਰ ਦੌਰਾਨ ਇੱਕ ਪਿੰਡ ਦੇ ਵਿੱਚ ਗਏ, ਉੱਥੇ ਉਹਨਾਂ ਨੇ ਲੋਕਾਂ ਦੇ ਨਾਲ ਤਾਸ਼ ਵੀ ਖੇਡੀ। ਕਹਿੰਦੇ ਨੇ ਕਿ ਲੋਕਾਂ ਦੇ ਵਿੱਚ ਉਹਨਾਂ ਨੇ ਕਾਫੀ ਸਮਾਂ ਵੀ ਬਿਤਾਇਆ। ਵੈਸੇ ਉਹਨਾਂ ਦਾ ਅਕਸ ਇਸ ਤਰ੍ਹਾਂ ਦਾ ਹੀ ਹੈ, ਉਹ ਇਸੇ ਤਰ੍ਹਾਂ ਹੀ ਕਰਦੇ ਨੇ। ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਮੇਰਾ ਬਿਆਨ ਸੀਗਾ ਉਹ ਭਗਵੰਤ ਮਾਨ ਨੂੰ ਪੜ੍ਹਨਾ ਨਹੀਂ ਆਇਆ। ਮੈਂ ਕਿਹਾ ਸੀ ਮੇਰੀ ਪ੍ਰਾਪਰਟੀ 1 ਕਰੋੜ 69 ਲੱਖ ਹੈ, ਪਰ ਉਹਨਾਂ ਨੇ ਇਹਦੇ ਵਿੱਚ ਜਿਹੜਾ ਦਸ਼ਮਲਵ ਲੱਗਾ ਹੋਇਆ ਸੀ ਸ਼ਾਇਦ ਉਹਨੂੰ ਪੜ੍ਹਨਾ ਭੁੱਲ ਗਏ ਤੇ ਉਹਨਾਂ ਨੇ 169 ਕਰੋੜ ਬਣਾ ਦਿੱਤੀ ਹੈ। ਕੀ ਕਹੋਗੇ ਤੁਸੀਂ ਇਹਨਾਂ ਦੇ ਇਸ ਬਾਰੇ? ਦੇਖੋ, ਇਹਦੇ ਤੇ ਆਪਾਂ ਵੀ ਗੱਲਬਾਤ ਕੀਤੀ ਸੀ, ਕਿਉਂਕਿ ਇੱਕ ਸੰਸਦ ਮੈਂਬਰ ਵੱਲੋਂ ਦਿੱਤਾ ਗਿਆ ਬਿਆਨ, ਭਗਵੰਤ ਮਾਨ ਆਪਣੇ ਆਪ ਨੂੰ ਬੜਾ ਜ਼ਿੰਮੇਵਾਰ ਸਮਝਦਾ ਔਰ ਸਾਡਾ ਸਰੋਤ ਕੀ ਹੁੰਦਾ? ਸਾਡਾ ਸਰੋਤ ਤਾਂ ਅਖਬਾਰ ਹੀ ਹੁੰਦੇ ਨੇ ਜਾਂ ਅਧਿਕਾਰਿਤ ਜਾਂ ਕਾਬਲੇ ਭਰੋਸਾ ਜਿਹੜੇ ਟੀਵੀ ਚੈਨਲ ਹੁੰਦੇ, ਉਹਨਾਂ ਤੋਂ ਆਪਾਂ ਖਬਰਾਂ ਲੈ ਕੇ ਉਹਨਾਂ ਤੇ ਚਰਚਾ ਕਰਦੇ ਹਾਂ। ਤਾਂ ਅਸੀਂ ਵੀ ਇਹ ਗੱਲ ਕਹੀ ਕਿ ਇੱਕ ਬੰਦੇ ਕੋਲੇ ਜੇ ਇੰਨੀ ਪ੍ਰਾਪਰਟੀ ਆ ਉਹ ਟੈਂਟ ਲਾ ਕੇ ਤਾਂ ਹਾਸਲ ਹੋ ਨਹੀਂ ਸਕਦੀ। ਲੇਕਿਨ ਬੀਤੀ ਕੱਲ ਜੋ ਉਹਨਾਂ ਦਾ ਬਿਆਨ ਆਇਆ ਉਹ ਬੜਾ ਹੈਰਾਨੀਜਨਕ ਹੈ ਔਰ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਨੂੰ ਪੜ੍ਹਨਾ ਨਹੀਂ ਆਇਆ। ਮਤਲਬ ਨਹੀਂ ਤਾਂ ਉਹ ਜੇ ਚਾਹੁੰਦੇ ਤਾਂ ਭਗਵੰਤ ਮਾਨ ਨੂੰ ਇਹ ਵੀ ਕਹਿ ਸਕਦੇ ਸੀ ਕਿ ਤੂੰ ਪ੍ਰੂਵ ਕਰ, ਨਹੀਂ ਤਾਂ ਮੈਂ ਤੇਰੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰੂੰਗਾ, ਪਰ ਉਹਨਾਂ ਨੇ ਇਹ ਜਿਹੀ ਗੱਲ ਨੂੰ ਪਤਾ ਮਤਲਬ ਸੀਰੀਅਸਲੀ ਨਹੀਂ ਲਿਆ। ਹੁੰਦਾ ਇਹ ਹੈ ਕਿ 1.69 ਜੇ ਲਿਖਾਂਗੇ ਆਪਾਂ ਤੇ ਪਿੱਛੇ ਕਰੋੜ ਲਿਖਿਆ ਜਾਏਗਾ, ਕਿਉਂਕਿ 1 ਕਰੋੜ ਤੇ 69 ਲੱਖ ਦੀ ਰਾਸ਼ੀ ਹੈ, ਪਰ ਉਹਦੇ ਪਿੱਛੇ ਲੱਖ ਨਹੀਂ ਲਿਖਿਆ ਜਾਏਗਾ, ਉਹਦੇ ਪਿੱਛੇ ਕਰੋੜ ਹੀ ਲਿਖਿਆ ਜਾਏਗਾ। ਪਰ ਪੜ੍ਹਨ ਵਾਲਾ ਕਈ ਵਾਰੀ ਉਹਨੂੰ ਪੜ੍ਹ ਲੈਂਦਾ 1 ਅਰਬ ਤੇ 69 ਕਰੋੜ ਜੀ, ਉਹਨੂੰ ਇਸ ਤਰ੍ਹਾਂ ਪੜ੍ਹਿਆ ਜਾਂਦਾ ਹੈ। ਤਾਂ ਇਹ ਗਲਤ ਹੁੰਦਾ ਕਿਉਂਕਿ ਹਿੰਦਸਿਆਂ 'ਚ ਲਿਖਣ ਵੇਲੇ ਹੋਰ ਤਰ੍ਹਾਂ ਜੋ ਵੀ ਅਸੀਂ ਰਾਸ਼ੀ ਲਿਖਦੇ ਹਾਂ ਔਰ ਅੱਖਰਾਂ 'ਚ ਲਿਖਣੀ ਹੋਵੇ ਤਾਂ ਉਹ ਬਿਲਕੁਲ ਕਲੀਅਰ ਹੁੰਦੀ ਹੈ ਕਿ 1 ਕਰੋੜ 96 ਲੱਖ ਜਾਂ 69 ਲੱਖ ਜਾਂ 70 ਲੱਖ। ਸੋ ਉਸ ਹਿਸਾਬ ਨਾਲ ਬੇਤਰਕ ਇਲਜ਼ਾਮ ਹੈ ਭਗਵੰਤ ਮਾਨ ਦਾ। ਔਰ ਹੁਣ ਜੇ ਭਗਵੰਤ ਮਾਨ ਨੂੰ ਇਹ ਸਵਾਲ ਕੀਤਾ ਜਾਵੇ ਕਿ ਅਮਨ ਅਰੋੜਾ ਕੋਲੇ ਕਿੰਨੀ ਪ੍ਰਾਪਰਟੀ ਹੈ, ਰਾਘਵ ਚੱਡਾ ਕੋਲੇ ਕਿੰਨੀ ਪ੍ਰਾਪਰਟੀ ਹੈ, ਅਰਵਿੰਦ ਕੇਜਰੀਵਾਲ ਕੋਲੇ ਕਿੰਨੀ ਜਾਇਦਾਦ ਹੈ ਜੀ, ਹੁਣ ਤੱਕ ਮਤਲਬ ਉਹਨਾਂ ਨੇ ਉਹਦੀ ਪਹਿਲਾਂ ਜਾਇਦਾਦ ਕਿੰਨੀ ਸੀ ਜਦੋਂ ਉਹ ਨੌਕਰੀ ਕਰਦੇ ਸੀ IRS 'ਚ, ਫਿਰ ਉਹਨਾਂ ਦੀ ਜਾਇਦਾਦ 'ਚ ਕਿੰਨਾ ਇਜ਼ਾਫਾ ਹੋਇਆ ਔਰ ਉਹ ਇਜ਼ਾਫਾ ਜਿਹੜਾ ਹੋਇਆ ਉਹ ਕਿਸ ਤਰ੍ਹਾਂ ਹੋਇਆ, ਕਿਹੜੇ ਸਰੋਤਾਂ ਕਾਰਨ ਹੋਇਆ। ਸ਼ੀਤਲ ਜੀ, ਗੱਲ ਇਹ ਹੈ ਕਿ ਜਿਹੜਾ ਵੀ ਬੰਦਾ ਇੱਕ ਵਾਰੀ ਸਿਆਸਤ 'ਚ ਆ ਜਾਂਦਾ ਨਾ ਜੀ, ਉਹਦੀ ਜਿਹੜੀ ਮਤਲਬ ਕਹਿ ਲਓ ਇਨਕਮ ਹੁੰਦੀ ਹੈ ਜਾਂ ਉਹਦਾ ਜਿਹੜਾ ਸਰਮਾਇਆ ਹੁੰਦਾ ਉਹ ਫਿਰ ਛੜੱਪੇ ਮਾਰ ਵੱਧਦਾ ਹੈ। ਉਹ ਕਿਵੇਂ ਵੱਧਦਾ ਕਿਵੇਂ ਨਹੀਂ ਵੱਧਦਾ ਇਸ ਤੋਂ ਸਾਰੇ ਲੋਕ ਚੰਗੀ ਤਰ੍ਹਾਂ ਵਾਕਿਫ ਨੇ। ਜਦੋਂ ਚੋਣਾਂ ਦਾ ਮੌਸਮ ਹੁੰਦਾ ਉਦੋਂ ਟਿਕਟਾਂ ਦਾ ਵਪਾਰ ਕਰਦੀ ਹੈ ਹਰ ਪਾਰਟੀ ਕਰਦੀ ਹੈ ਔਰ ਟਿਕਟਾਂ ਵੇਚੀਆਂ ਜਾਂਦੀਆਂ ਨੇ। ਇਹ ਕੋਈ ਮਤਲਬ ਲਕੋਚ ਪੋ ਵਾਲੀ ਗੱਲ ਨਹੀਂ, ਉਹ ਆਮ ਆਦਮੀ ਪਾਰਟੀ ਨੇ ਵੀ ਵੇਚੀਆਂ ਨੇ ਔਰ ਜਸਬੀਰ ਡਿੰਪੇ ਦੇ ਭਰਾ ਨੇ ਰਾਜਨ ਗਿੱਲ ਨੇ ਵੀ ਇਲਜ਼ਾਮ ਲਾਇਆ ਕਿ ਕਾਂਗਰਸ ਨੇ ਵੀ ਵੇਚੀਆਂ ਨੇ, ਅਕਾਲੀਆਂ ਨੇ ਵੀ ਵੇਚੀਆਂ ਹੋਣਗੀਆਂ, ਭਾਜਪਾ ਵਾਲੇ ਵੀ ਵੇਚਦੇ ਨੇ ਔਰ ਮਾਇਆਵਤੀ ਤੇ ਇਹ ਇਲਜ਼ਾਮ ਲੱਗਦਾ ਰਿਹਾ ਕਿ ਉਹ ਤਾਂ ਬਿਨਾਂ ਪੈਸਿਆਂ ਤੋਂ ਟਿਕਟ ਨਹੀਂ ਦਿੰਦੇ ਕਿਸੇ ਨੂੰ। ਸੋ ਇਹ ਸਾਰੀਆਂ ਗੱਲਾਂ ਨੇ। ਸੋ ਸ਼ੀਤਲ ਜੀ, ਆਪਾਂ ਕੀ ਬਦਲਾਂਗੇ? ਪਹਿਲੀ ਗੱਲ ਇਹ ਹੈ ਕਿ ਸਿਆਸਤ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਘਾਟ ਹੈ ਉਹ ਇਹ ਹੈ ਕਿ ਇੱਥੇ ਕੋਈ ਬੰਦਾ ਸਾਬਤ ਸੂਰਤ ਨਹੀਂ ਕਿਰਦਾਰ ਪੱਖੋਂ। ਹਰ ਇੱਕ ਦੇ ਵਿੱਚ ਕੋਈ ਨਾ ਕੋਈ ਕਮਜ਼ੋਰੀ ਹੈ ਔਰ ਜਿਹਦਾ ਦਾ ਲੱਗਦਾ ਉਹ ਆਪਣਾ ਪੈਸਾ ਇਕੱਠਾ ਕਰਦਾ ਹੀ ਕਰਦਾ ਜੀ। ਇਹੀ ਕਾਰਨ ਹੈ ਕਿ ਜਿਹੜੇ ਕੱਲ ਤੱਕ ਬਿਲਕੁਲ ਨੰਗ ਮਲੰਗ ਸੀਗੇ ਉਹ ਵੀ ਮਤਲਬ ਅੱਜ
ਵੱਡੇ ਵੱਡੇ ਪੂੰਜੀਪਤੀ ਬਣੇ ਹੋਏ ਨੇ ਜੀ, ਲੋਕਾਂ ਦਾ ਪੈਸਾ ਖਾ ਖਾ ਕੇ ਜੀ। ਇਹੀ ਹਾਲ ਜਿਹੜਾ ਹੈ ਉਹ ਡੇਰਿਆਂ 'ਚ ਹੋ ਰਿਹਾ। ਲੋਕਾਂ ਦੀ ਮਾਇਆ ਹੈ, ਡੇਰੇ ਨੂੰ ਲੁਟਾ ਰਹੇ ਨੇ ਕਿ ਸ਼ਾਇਦ ਅਗਲਾ ਜਨਮ ਜਿਹੜਾ ਹੈ ਉਹ ਬਿਹਤਰ ਹੋ ਜੇ। ਇਸ ਜਨਮ ਦੀ ਫਿਕਰ ਕੋਈ ਨਹੀਂ ਗੀ ਜੀ। ਇੱਥੇ ਤੁਸੀਂ ਹਰ ਤਰ੍ਹਾਂ ਦਾ ਝੂਠ ਤੇ ਕੁਫਰ ਤੋਲੀ ਜਾਓ, ਡੇਰਿਆਂ 'ਚ ਜਾ ਕੇ ਉੱਥੇ ਚੜਾਵਾ ਚੜਾਈ ਜਾਓ ਜਾਂ ਤੀਰਥ ਸਥਾਨਾਂ ਤੇ ਜਾਈ ਜਾਓ ਕਿ ਰੱਬ ਸ਼ਾਇਦ ਐਵੇਂ ਹੀ ਪਾਪ ਧੋ ਦੇ, ਜਾਂ ਸਰੋਵਰ 'ਚ ਨਹਾ ਕੇ ਪਾਪ ਧੋਤੇ ਜਾਣਗੇ, ਜਾਂ ਗੰਗਾ ਜਮਨਾ 'ਚ ਵੜ ਕੇ ਪਾਪ ਧੋਤੇ ਜਾਣਗੇ ਜੀ। ਪਰ ਪਾਪ ਐਵੇਂ ਨਹੀਂ ਧੋਤੇ ਜਾਂਦੇ, ਸਮਾਜ ਐਵੇਂ ਨਹੀਂ ਬਦਲਦਾ। ਕਿਸੇ ਸੂਬੇ ਵਿਸ਼ੇਸ਼ ਦੀ ਤਰੱਕੀ ਇਸ ਤਰ੍ਹਾਂ ਨਹੀਂ ਹੁੰਦੀ, ਉਦੋਂ ਹੁੰਦੀ ਹੈ ਜਦੋਂ ਉਸਦੇ ਆਗੂ ਪੂਰੀ ਤਰ੍ਹਾਂ ਇਮਾਨਦਾਰ ਹੋਣ। ਬਿਲਕੁਲ। ਇੱਥੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ 1.69 ਲੱਖ ਤੋਂ 169 ਕਰੋੜ ਦਾ ਭੁਲੇਖਾ ਪਿਆ, ਸ਼ਾਇਦ ਜਿਵੇਂ ਕਿ ਸਰ ਨੇ ਦੱਸਿਆ ਕਿ ਜਦੋਂ ਅਸੀਂ ਕੋਈ ਅੰਕਾਂ ਦੇ ਵਿੱਚ ਸ਼ਬਦ ਵਰਡ ਲਿਖਦੇ ਹਾਂ ਤੇ ਫਿਰ ਅਸੀਂ ਅੱਖਰਾਂ ਦੇ ਵਿੱਚ ਵੀ ਲਿਖਦੇ ਹਾਂ ਤੇ ਉਹ ਕਨਫਿਊਜ਼ਨ ਦੂਰ ਕਰਨ ਲਈ ਹੁੰਦਾ। ਤੇ ਮੇਰੇ ਦਿਮਾਗ ਦੇ ਵਿੱਚ ਸਰ ਇੱਥੇ ਇੱਕ ਗੱਲ ਆਈ, ਜਦੋਂ ਵੀ ਅਸੀਂ ਕੋਈ ਸਰਕਾਰੀ ਦਸਤਾਵੇਜ਼ ਵੀ ਭਰਦੇ ਹਾਂ ਜਾਂ ਅਸੀਂ ਬੈਂਕ ਦੇ ਵਿੱਚ ਵੀ ਜਾ ਕੇ ਕੋਈ ਡਰਾਫਟ ਭਰਦੇ ਹਾਂ ਤੇ ਉਹਦੇ ਵਿੱਚ ਵੀ ਸਿੱਧੀ ਆਪਸ਼ਨ ਹੁੰਦੀ ਹੈ ਅਸੀਂ ਅੰਕਾਂ ਦੇ ਵਿੱਚ ਵੀ ਜਿਹੜੀ ਕੀਮਤ ਲਿਖਦੇ ਹਾਂ ਤੇ ਨਾਲ ਸ਼ਬਦਾਂ ਦੇ ਵਿੱਚ ਵੀ ਕੀਮਤ ਲਿਖਦੇ ਹਾਂ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਭੁਲੇਖਾ ਹੈ ਨਾ ਪਵੇ। ਸੋ ਇਹੀ ਭੁਲੇਖਾ ਲੱਗਦਾ ਕਿ ਭਗਵੰਤ ਮਾਨ ਜੀ ਨੂੰ ਸੱਚੀ 'ਚ ਲੱਗਦਾ ਕਿ ਸ਼ਾਇਦ ਪੈ ਹੀ ਗਿਆ। ਸੋ ਇਹਦੀ ਵਜ੍ਹਾ ਦੇ ਨਾਲ ਉਹਨਾਂ ਨੇ ਇਹੋ ਜਿਹੀ ਗੱਲ ਕੀਤੀ ਉਹਨਾਂ ਦੀ ਜਾਇਦਾਦ ਨੂੰ ਲੈ ਕੇ। ਵੱਧਦੇ ਅਗਲੇ ਮੁੱਦੇ ਵੱਲ। ਅਗਲਾ ਮੁੱਦਾ ਅਸੀਂ ਆ ਰਹੇ ਹਾਂ ਜੀ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲ। ਦੇਖਣ ਨੂੰ ਔਰ ਸੁਣਨ ਨੂੰ ਔਰ ਆਪਣੇ ਪਰਿਵਾਰਕ, ਜੇਕਰ ਅਸੀਂ ਉਹਨਾਂ ਦੇ ਧਰਮ ਦੀ ਗੱਲ ਕਰੀਏ ਤਾਂ ਉਹ ਸਿੱਖ ਪਰਿਵਾਰ ਨਾਲ ਸੰਬੰਧਿਤ ਨੇ, ਪਰ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਹੋਰ ਵੀ ਮੈਂ ਕਹੂੰਗੀ ਆਰੋਪ ਲੱਗਦੇ ਰਹੇ ਨੇ। ਰੀਸੈਂਟਲੀ ਵੀ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਉਹ ਕੁਝ ਇਸ ਤਰੀਕੇ ਦਾ ਹਾਵ ਭਾਵ ਕਰ ਰਹੇ ਨੇ ਜਿਹਦੇ ਉੱਤੇ ਮਜੀਠੀਆ ਜੀ ਨੇ ਵੀ ਬੜਾ ਤੰਜ ਕੱਸਿਆ। ਉਹਨਾਂ ਨੇ ਕਿਹਾ ਕਿ ਜਾਦੂ ਟੂਣੇ ਕਰਮ ਦੇ ਵਿੱਚ ਵਿਸ਼ਵਾਸ ਰੱਖਦੇ ਨੇ। ਫਿਲਹਾਲ ਇਹ ਉਹਨਾਂ ਦਾ ਨਿੱਜੀ ਮਸਲਾ ਹੈ, ਅਸੀਂ ਇੰਨੀ ਗਹਿਰਾਈ ਦੇ ਨਾਲ ਤੇ ਉਹਨਾਂ ਤੇ ਨਹੀਂ ਜਾਵਾਂਗੇ। ਪਰ ਜਿਹੜੀ ਖਬਰ ਸਾਹਮਣੇ ਹੈ ਉਹ ਇਹ ਹੈ, ਪਿਛਲੇ 10 ਦਿਨਾਂ ਦੇ ਵਿੱਚ ਜਦੋਂ ਵੋਟਾਂ ਨੇੜੇ ਆ ਰਹੀਆਂ ਨੇ, 2 ਵਾਰ ਉਹ ਵੈਸ਼ਨੋ ਦੇਵੀ ਮਾਤਾ ਜਿਹੜੀ ਹੈ ਕੱਟੜਾ ਵਿਖੇ ਮੱਥਾ ਟੇਕਣ ਗਏ। ਪਹਿਲਾਂ ਵੀ ਗਏ ਸਨ ਜਦੋਂ ਰਾਹੁਲ ਗਾਂਧੀ ਨੇ ਪੰਜਾਬ ਆ ਕੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਾ ਸੀ। ਹੁਣ ਜਦੋਂ ਮਜੀਠੀਏ ਦੇ ਨਾਲ ਉਹ ਮੈਦਾਨ ਦੇ ਵਿੱਚ ਨੇ ਔਰ 20 ਤਰੀਕ ਨੂੰ ਵੋਟਾਂ ਪੈਣੀਆਂ ਨੇ, ਇਸ ਤੋਂ ਪਹਿਲਾਂ ਉਹ ਫਟਾਫਟ ਫਿਰ ਆਪਣਾ ਚੋਣ ਪ੍ਰਚਾਰ ਵਿੱਚੋਂ ਛੱਡ ਕੇ ਵੈਸ਼ਨੋ ਦੇਵੀ ਮਾਤਾ ਮੱਥਾ ਟੇਕਣ ਗਏ ਨੇ। ਕੀ ਲੱਗਦਾ ਹੈ ਕਿ ਉਹਨਾਂ ਦੇ ਅੰਦਰ ਦੀ ਕੋਈ ਘਬਰਾਹਟ ਹੈ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਬਸ ਮੇਰੇ ਕੋਲ ਆਹੀ ਇੱਕ ਮੈਦਾਨ ਰਹਿ ਗਿਆ, ਜੇ ਮੈਂ ਇੱਥੋਂ ਵੀ ਹਾਰ ਗਿਆ ਤਾਂ ਮੈਨੂੰ ਵਾਪਸ ਕਪਿਲ ਸ਼ਰਮਾ ਦੇ ਸ਼ੋਅ 'ਚ ਜਾਣਾ ਪਊਗਾ? ਇਸ ਕਾਰਨ ਉਹ ਮਾਤਾ ਦੇ ਬਾਰ-ਬਾਰ ਮੱਥਾ ਟੇਕਣ ਜਾ ਰਹੇ ਨੇ। ਕਿਤਲ ਜੀ, ਡਰ ਹੈ ਨਾ ਜਿਹੜਾ, ਇਹਦੇ 'ਚ ਬੜਾ ਕੁਝ ਪੈਦਾ ਹੁੰਦਾ। ਜਿਹੜਾ ਆਦਮ ਸੀਗਾ ਕਿਉਂਕਿ ਡਰੀ ਜਾਂਦਾ ਸੀ, ਉਹ ਕੁਦਰਤੀ ਜਿਹੜੇ ਖੌਫ ਸੀਗੇ, ਜਿਵੇਂ ਬਿਜਲੀ ਚਮਕੀ ਉਹ ਡਰ ਗਿਆ ਕਿਉਂਕਿ ਬੁੱਧੀ ਇੰਨੀ ਉਸ ਵੇਲੇ ਡਿਵੈਲਪ ਨਹੀਂ ਹੋਈ ਸੀ, ਉਹਦੇ 'ਚ ਉਨੀ ਬੌਧਿਕ ਸਮਰੱਥਾ ਨਹੀਂ ਆਈ ਸੀ। ਕਿਤੇ ਸਮੁੰਦਰ ਦਾ ਪਾਣੀ ਜਦੋਂ ਵੇਖਿਆ ਖੌਲਦਾ ਜਾਂ ਤੂਫਾਨ ਹੈ ਤਾਂ ਡਰ ਗਿਆ। ਉਹਨੂੰ ਇਵੇਂ ਲੱਗਿਆ ਕਿ ਕੋਈ ਅਦਿੱਖ ਸ਼ਕਤੀ ਹੈ ਜਿਹੜੀ ਇਸ ਸਾਰੇ ਨੂੰ ਚਲਾ ਰਹੀ ਹੈ, ਔਰ ਫਿਰ ਉਸਨੇ ਉਸ ਅਦਿੱਖ ਸ਼ਕਤੀ ਨੂੰ ਰੂਪਾਂਤਰ ਕਰਨਾ ਸ਼ੁਰੂ ਕਰਤਾ, ਕਦੇ ਜਾਪ ਦੇ ਵਿੱਚ, ਕਦੇ ਦੇਵੀਆਂ ਦੇਵਤਿਆਂ ਦੀਆਂ ਮੂਰਤੀਆਂ ਵਿੱਚ, ਕਦੇ ਮਤਲਬ ਉਸਨੇ ਇਸ ਤਰ੍ਹਾਂ ਦੇ ਚਿੱਤਰ ਬਣਾ ਲਏ। ਤੋ ਬੰਦਾ ਜਦੋਂ ਡਰ ਜਾਂਦਾ ਹੈ ਉਹਦੇ ਵਾਸਤੇ ਨਾ ਸਿਰਫ ਇੱਕੋ ਹੀ ਰਾਹ ਬਚਦਾ ਹੁੰਦਾ, ਉਹ ਇਹ ਨਹੀਂ ਅੰਦਰ ਝਾਤ ਮਾਰਦਾ ਕਿ ਇਹ ਜੋ ਮੁਕਾਮ ਆਇਆ ਹੁਣ ਮੇਰੀ ਜੀਵਨ 'ਚ, ਇਹ ਕਿਉਂ ਆਇਆ, ਇਹਦੇ ਵਾਸਤੇ ਕੌਣ ਜ਼ਿੰਮੇਦਾਰ ਹੈ। ਆਪਾਂ ਜੋ ਕਰਦੇ ਹਾਂ ਆਪਣੇ ਸਾਹਮਣੇ ਉਹੀ ਆਉਂਦਾ। ਜੇ ਆਪਾਂ ਚੰਗਾ ਕਰਦੇ ਹਾਂ ਚੰਗਾ ਆਉਂਦਾ, ਜੇ ਆਪਾਂ ਮਾੜਾ ਕਰਦੇ ਹਾਂ ਮਾੜਾ ਆਉਂਦਾ, ਜੇ ਆਪਾਂ ਚੰਗਾ ਬੋਲਦੇ ਹਾਂ ਉਹਦਾ ਚੰਗਾ ਅੱਗੋਂ ਰਿਸਪੌਂਸ ਮਿਲਦਾ। ਜੇ ਆਪਾਂ ਕਿਸੇ ਨੂੰ ਮਾੜਾ ਬੋਲਾਂਗੇ ਅੱਗਾ ਤੁਹਾਨੂੰ ਪਤਾ ਅਗਲਾ ਮਾੜਾ ਹੀ ਬੋਲੇਗਾ, ਆਪਾਂ ਨੂੰ ਦੁਆ ਤਾਂ ਦੇਣ ਨਹੀਂ ਲੱਗਿਆ। ਹਾਂ, ਬਹੁਤ ਕੋਈ ਉਤਕ੍ਰਿਸ਼ਟ ਬੁੱਧੀ ਵਾਲਾ ਵਿਅਕਤੀ ਜਿਹਨੂੰ ਆਪਾਂ ਗਾਲ ਵੀ ਕੱਢ ਦਈਏ ਤੇ ਉਹ ਹੱਸ ਕੇ ਤੁਰ ਜੇ, ਇਹ ਸੰਭਾਵਨਾ ਬਹੁਤ ਘੱਟ ਹੈ ਜੀ। ਮਹਾਤਮਾ ਬੁੱਧ ਨੇ ਕਿਹਾ ਸੀਗਾ ਕਿ ਤੁਹਾਨੂੰ ਜੇ ਕੋਈ ਗਾਲ ਕੱਢਦਾ ਹੈ ਤਾਂ ਕੱਢੀ ਜਾਣ ਦਿਓ, ਤੁਸੀਂ ਉਹਨੂੰ ਕਹਿ ਦਿਓ ਕਿ ਮੈਂ ਤੇਰੀਆਂ ਗਾਲਾਂ ਅਸੈਪਟ ਹੀ ਨਹੀਂ ਕਰ ਰਿਹਾ, ਕੱਢੀ ਚੱਲ। ਪਰ ਇਸ ਤਰ੍ਹਾਂ ਦੀ ਮਨੋਵਸਥਾ ਜਿਹੜੀ ਹੈ ਉਹ ਬੜੀ ਰੇਅਰ ਹੁੰਦੀ ਹੈ। ਹੁਣ ਕੀ ਹੈ ਕਿ ਨਵਜੋਤ ਸਿੱਧੂ ਨੂੰ ਕਈ ਪਰੇਸ਼ਾਨੀਆਂ ਨੇ। ਇੱਕ ਵਿਅਕਤੀ ਮਤਲਬ ਵੀਡੀਓ ਵਾਇਰਲ ਹੋਈ ਹੈ, ਇੱਕ ਬਜ਼ੁਰਗ ਵਿਅਕਤੀ ਹੈ ਜਿਹੜੇ ਉਹ ਭਾਸ਼ਣ ਦੇ ਰਹੇ ਨੇ ਤੇ ਨਵਜੋਤ ਸਿੰਘ ਸਿੱਧੂ ਬੈਠੇ ਉੱਥੇ ਕੋਈ ਮੰਤਰਾਂ ਦਾ ਜਾਪ ਕਰਦੇ ਨੇ, ਕਦੇ ਮੂੰਹ ਦੇ ਅੱਗੇ ਹੱਥ ਕਰਦੇ ਨੇ, ਕਦੇ ਮਤਲਬ ਉਹ ਕੁਛ ਇਸ ਤਰ੍ਹਾਂ ਦੀਆਂ ਮੁਦਰਾਵਾਂ ਕਰਦੇ ਨੇ ਜੀ। ਠੀਕ ਆ, ਉਹਨਾਂ ਦਾ ਨਿੱਜੀ ਮਾਮਲਾ, ਪਰ ਉਹਨਾਂ ਦਾ ਜਨਤਕ ਪ੍ਰਦਰਸ਼ਨ ਜਿਹੜਾ ਹੈ ਇਹ ਫਿਰ ਨਿੱਜੀ ਨਹੀਂ ਰਹਿ ਜਾਂਦਾ। ਜੇ ਮੈਂ ਚੌਂਕ 'ਚ ਖੜਾ ਹੋ ਕੇ ਨੱਚਣ ਲੱਗ ਜਾ ਜਾਂ ਚੌਂਕ 'ਚ ਖੜਾ ਹੋ ਕੇ ਵਾਲ ਖਿਲਾਰ ਲਾਂ ਵੀ ਮੇਰੇ 'ਚ ਦੇਵੀ ਆ ਗਈ, ਤਾਂ ਇਹ ਫਿਰ ਮੇਰਾ ਨਿੱਜੀ ਮਾਮਲਾ ਨਹੀਂ ਨਾ। ਜਾਂ ਤਾਂ ਮੈਂ ਆਪਣੇ ਕਮਰੇ 'ਚ ਬੈਠਾ ਸਾਰਾ ਕੁਝ ਕਰੀ ਜਾਵਾਂ, ਕਿਸੇ ਨੂੰ ਕੋਈ ਸਰੋਕਾਰ ਨਹੀਂ। ਪਰ ਜਦੋਂ ਮੈਂ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਮਤਲਬ ਵਿਵਹਾਰ ਕਰਦਾ ਤਾਂ ਫਿਰ ਉਹ ਇੱਕ ਤਰ੍ਹਾਂ ਨਾਲ ਸਾਰੇ ਲੋਕਾਂ ਨਾਲ ਉਹਦਾ ਤਾਲੁਕ ਹੁੰਦਾ। ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਪ੍ਰਤੀਕਰਮ ਸਾਹਮਣੇ ਆਉਂਦੇ ਨੇ।
ਨਵਜੋਤ ਸਿੱਧੂ ਜੀ ਬਾਰ-ਬਾਰ ਉੱਥੇ ਜਾਂਦੇ ਨੇ ਦੇਵੀ ਕੋਲੇ ਵੀ ਸ਼ਾਇਦ ਉਹੀ ਕਿਰਪਾ ਕਰਦੇ ਆ। ਜੀ ਚਲੋ ਅਸੀਂ ਤਾਂ ਕਹਿੰਦੇ ਆ ਕਿ ਜੇ ਉਹ ਇਹ ਮੰਨਦੇ ਨੇ ਕਿ ਵਾਕਈ ਇਸ ਤਰ੍ਹਾਂ ਦੀ ਕੋਈ ਗੱਲ ਆਪੋ ਹੈ ਆਪਣੀ ਮੈਂ ਕਹਿੰਦੀ ਮਾਨਤਾ ਵੀ ਹੁੰਦੀ ਹੈ, ਹੁੰਦੀ ਹੈ, ਕੋਈ ਨਾ ਠੀਕ ਕੋਈ ਹੈ। ਈਸ਼ਟ ਵੀ ਹੁੰਦਾ ਹਰ ਕੋਈ ਕਿਸੇ ਸਾਨੂੰ ਦਾ। ਇਸ ਨਾਲ ਕੋਈ ਸਮੱਸਿਆ ਨਹੀਂ। ਮੈਂ ਤਾਂ ਕਹਿੰਦਾ ਉਹ ਹਰ ਥਾਂ ਤੇ ਜਾਣ, ਜਿੱਥੇ ਵੀ ਉਹਨਾਂ ਨੂੰ ਲੱਗਦਾ ਕਿ ਇੱਥੇ ਕੋਈ ਤਾਕਤ ਹੈ, ਜੇ ਉੱਥੋਂ ਕੋਈ ਉਹਨਾਂ ਨੂੰ ਆਸਰਾ ਮਿਲਦਾ। ਪਰ ਜਦ ਤੋਂ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਤੋਂ ਲਾਂਭੇ ਕੀਤਾ ਗਿਆ ਔਰ ਚੰਨੀ ਜੀ ਨੂੰ ਬਣਾਇਆ ਗਿਆ, ਜਦ ਤੋਂ ਬਹੁਤ ਜ਼ਿਆਦਾ ਅੰਦਰੋਂ ਹਿੱਲ ਗਏ ਨੇ, ਪਰੇਸ਼ਾਨ ਹੋ ਗਏ ਨੇ। ਤਾਂ ਜਦੋਂ ਬੰਦਾ ਪਰੇਸ਼ਾਨ ਹੁੰਦਾ ਨਾ, ਉਹ ਬੰਦਾ ਬਹੁਤ ਘੱਟ ਇਹੋ ਜਿਹਾ ਕੋਈ ਸਿਆਣਾ ਹੋਊਗਾ ਜਿਹੜਾ ਬੈਠ ਕੇ ਚਿੰਤਨ ਕਰਦਾ, ਜਿਹੜਾ ਇਹ ਕਹਿੰਦਾ ਕਿ ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ, ਮੇਰਾ ਕਿਹਨੇ ਜੋ ਵਿਗਾੜਨਾ ਵਿਗਾੜ ਲੇ, ਠੀਕ ਹੈ, ਮੈਂ ਆ ਬੈਠਾ, ਮੈਨੂੰ ਮਿਲ ਜਾਏਗਾ ਕੁਛ ਤਾਂ ਵੀ ਠੀਕ ਹੈ, ਜੇ ਮੈਨੂੰ ਨਹੀਂ ਮਿਲਿਆ ਤਾਂ ਵੀ ਠੀਕ ਹੈ। ਮਰਨੇ की चिंता नहीं, ਜੀਵਨ ਕੀ ਨਹੀਂ ਆਸ। ਇਹ ਅਵਸਥਾ ਕਿਸੇ ਕਿਸੇ ਦੀ ਹੁੰਦੀ ਹੈ। ਤਾਂ ਜਦੋਂ ਤੋਂ ਤੁਸੀਂ ਕਿਸੇ ਲੋਭ ਵਿੱਚ ਫਸਦੇ ਹੋ ਨਾ, ਜਦੋਂ ਤ੍ਰਿਸ਼ਨਾ ਭਾਰੀ ਹੁੰਦੀ ਹੈ, ਤਾਂ ਦੁਖਾਂਤ ਉੱਥੇ ਸ਼ੁਰੂ ਹੁੰਦਾ ਹੈ। ਜੇ ਮੈਂ ਇਹ ਸੋਚ ਲਾਂ ਕਿ ਮੇਰੇ ਕੋਲ ਇੱਕ ਬਹੁਤ ਮਤਲਬ ਖੂਬਸੂਰਤ ਲੰਮੀ ਕਾਰ ਹੋਣੀ ਚਾਹੀਦੀ ਹੈ, ਤਾਂ ਮੇਰੀ ਟ੍ਰੈਜਡੀ ਇੱਥੋਂ ਸ਼ੁਰੂ ਹੋਗੀ, ਕਿਉਂਕਿ ਮੇਰੇ ਕੋਲੇ ਸਰੋਤ ਹੈ ਨਹੀਂ ਕੋਈ, ख्वाब हैगा मेरे कोले जी, कोशिश है नहीं मेरे कोले। मैं चाहना बैठे बिठाए मिल जे, फिर मैं ये तो नहीं करूंगा कि भी मैं सोचा मेहनत करा। मैं सोचू यार कोई ਇਹੋ ਜਿਹਾ ਕੰਮ ਕਰੀਏ 2 ਨੰਬਰ ਦਾ ਜਿਹਦੇ 'ਚ ਤੁਰੰਤ ਪੈਸਾ ਆ ਜੇ, ਡੋਡੇ ਵੇਚਾਂਗੇ, ਫੀਮ ਵੇਚਾਂ ਜਾਂ ਕੁਛ ਕਰਾਂ। ਜਦੋਂ ਤ੍ਰਿਸ਼ਨਾ ਸ਼ੁਰੂ ਹੋ ਗਈ, ਉਹ ਭਾਵੇਂ ਅਹੁਦੇ ਦੀ ਹੈ, ਉਹ ਭਾਵੇਂ ਰੁਤਬੇ ਦੀ ਹੈ, ਉਹ ਭਾਵੇਂ ਸੱਤਾ ਦੀ ਹੈ, ਉਹ ਭਾਵੇਂ ਲਿਬਾਸ ਦੀ ਹੈ, ਇਹਦਾ ਮਤਲਬ ਸਾਡਾ ਜਿਹੜਾ ਮਾਨਸਿਕ ਸੰਤੁਲਨ ਵਿਗੜਨਾ ਸ਼ੁਰੂ ਹੋ ਗਿਆ। ਤੇ ਜੇ ਆਪਾਂ ਇਹ ਸੋਚ ਕੇ ਬਹਿ ਜੀ ਮੈਨੂੰ ਯਾਰ ਕਿਸੇ ਦੀ ਲੋੜ ਹੀ ਨਹੀਂ ਜੀ। ਇੱਕ ਦਾਰਸ਼ਨਿਕ ਜਦੋਂ ਬਾਜ਼ਾਰ 'ਚ ਗਿਆ ਤਾਂ ਉਸ ਨੇ ਬਾਜ਼ਾਰ 'ਚ ਬਹੁਤ ਸਾਰੀਆਂ ਬੇਸ਼ਕੀਮਤੀ ਚੀਜ਼ਾਂ ਵੇਖੀਆਂ ਔਰ ਵੇਖ ਕੇ ਕਹਿੰਦਾ ਪਰਮਾਤਮਾ ਦੇਖ ਤੂੰ ਕਿੰਨੀਆਂ ਚੀਜ਼ਾਂ ਬਣਾਈਆਂ ਨੇ ਜਿਨ੍ਹਾਂ ਦੀ ਮੈਨੂੰ ਲੋੜ ਹੀ ਨਹੀਂ। ਇਹ ਇੱਕ ਨਜ਼ਰੀਆ, ਦ੍ਰਿਸ਼ਟੀਕੋਣ ਹੈ। ਤੇ ਇੱਕ ਇਹ ਹੈ ਕਿ ਹਾਏ ਮੈਨੂੰ ਇਹ ਉਹਦਾ ਕਿਉਂ ਨਹੀਂ ਮਿਲਿਆ। ਉਹ ਜਿਹੜੀ ਪਰੇਸ਼ਾਨੀ ਹੈ ਇਹਨਾਂ ਦੀ ਜਾਂ ਪਛੇਮਾਨੀ ਹੈ, ਉਹ ਹੁਣ ਇਹਨਾਂ ਨੂੰ ਟਿਕਣ ਨਹੀਂ ਦਿੰਦੀ, ਕਿਉਂਕਿ ਲੋਕਾਂ 'ਚ ਜਦੋਂ ਵਿਚਰਦੇ ਨੇ ਹੁਣ ਉੱਥੇ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਮੇਰਾ 13 ਨੁਕਾਤੀ ਏਜੰਡਾ ਤੇ ਮੈਂ ਐਂ ਕਰ ਦੂੰਗਾ, ਕਿਉਂਕਿ ਉਹ 13 ਨੁਕਾਤੀ ਏਜੰਡੇ ਬਾਰੇ ਤਾਂ ਮੁੱਖ ਮੰਤਰੀ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਜੀ। ਬਿਲਕੁਲ ਠੀਕ ਆ। ਔਰ ਉਹਦੇ ਸੰਬੰਧ ਦੇ ਵਿੱਚ ਇਹ ਤਾਂ ਕਿਹਾ ਗਿਆ ਕਿ ਚਲੋ ਅਸੀਂ ਇਹਦੇ ਤੇ ਵੀ ਧਿਆਨ ਕੇਂਦਰਿਤ ਕਰਾਂਗੇ, ਇਹਨੂੰ ਸ਼ਾਮਲ ਕਰਾਂਗੇ, ਪਰ ਅਜੇ ਤੱਕ ਕੋਈ ਗੱਲ ਨਹੀਂ। ਔਰ ਫਿਰ 13 ਨੁਕਾਤੀ ਏਜੰਡਾ ਮਤਲਬ ਬੁੱਧ ਸਿੰਘ ਕਿਉਂ ਕਰੂਗਾ ਲਾਗੂ ਜੀ, ਜਿਹੜਾ ਕਿ ਬਣਾਇਆ ਕਿਸੇ ਹੋਰ ਨੇ। ਉਹ ਆਪਣੇ ਹਿਸਾਬ ਨਾਲ ਚੱਲੇਗਾ ਨਾ, ਉਹ ਕਹੂਗਾ ਕਿ ਮੈਂ ਬਿਲਕੁਲ ਬੁੱਧੀਹੀਣ ਹਾਂ ਜਾਂ ਮੈਂ ਮੂਰਖ ਹਾਂ ਕਿ ਮੈਨੂੰ ਇਹ ਦੱਸਣ ਦੀ ਲੋੜ ਪੈ ਰਹੀ ਹੈ ਇੱਕ ਬੰਦੇ ਨੂੰ ਕਿ ਮੈਂ ਆਹ ਕਰਨਾ ਜਾਂ ਉਹ ਕਰਨਾ, ਮੈਨੂੰ ਪਤਾ ਮੈਂ ਕੀ ਕਰਨਾ ਜੀ। ਸੋ ਅਸੀਂ ਮਤਲਬ ਸਿੱਧੀ ਤਰ੍ਹਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਇਹਨਾਂ ਦੇ ਮਨ ਦੇ ਵਿੱਚ ਡਰ ਜਿਹੜਾ ਉਹ ਵੱਧ ਗਿਆ। ਡਰ ਵਧਿਆ ਹੈ, 2 ਤਰੀਕੇ ਨਾਲ ਵਧਿਆ ਹੈ। ਇੱਕ ਤਾਂ ਬਹੁਤ ਵੱਡੀ ਚੁਣੌਤੀ ਵਿਕਰਮ ਸਿੰਘ ਮਜੀਠੀਆ ਵੱਲੋਂ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ 'ਚ ਇਹਨਾਂ ਨੂੰ ਮਿਲ ਰਹੀ ਹੈ। ਔਰ ਨਹੀਂ ਬੰਦਾ ਆਪਣਾ ਇਲਾਕਾ ਛੱਡ ਕੇ ਭੱਜਦਾ ਨਹੀਂ ਹੁੰਦਾ। ਮਤਲਬ ਮੈਂ ਇਹ ਨਹੀਂ ਹੁੰਦਾ ਕਿ ਵੀ ਜਦੋਂ ਮੇਰੇ ਤੇ ਕੋਈ ਭੀੜ ਪਵੇ ਤੇ ਮੈਂ ਭੱਜ ਕੇ ਗੁਰਦੁਆਰੇ ਪਹੁੰਚ ਜਾ ਤੇ ਉੱਥੇ ਪ੍ਰਮਾਤਮਾ ਨੂੰ ਕਹਾਂ ਪ੍ਰਮਾਤਮਾ ਬਹੁਤ ਜਿਹੜਾ ਪ੍ਰਮਾਤਮਾ ਤਾਂ ਹਰ ਥਾਂ ਤੇ ਹਨਾ, ਉਹ ਕਿਤੇ ਭੱਜਣ ਦੀ ਲੋੜ ਨਹੀਂ ਗੀ। ਔਰ ਕਿਉਂਕਿ ਉਹ ਮੇਰੇ ਕਮਰੇ 'ਚ ਵੀ ਹੈ, ਜਿਹੜਾ ਮੇਰੇ ਅੰਦਰ ਹੈ ਉਹ ਹਰ ਥਾਂ ਤੇ ਮੌਜੂਦ ਹੈ ਜੀ। ਜੇ ਆਪਾਂ ਉਹਨੂੰ ਸਰਬ ਵਿਆਪਕ ਮੰਨਦੇ ਆ ਤਾਂ ਉਹ ਹਰ ਥਾਂ ਤੇ ਹੈ, ਤਾਂ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ। ਵੀ ਇਹ ਨਹੀਂਗਾ ਵੀ ਮੈਂ ਮਤਲਬ ਕਿਸੇ ਪਹਾੜ ਤੇ ਚੜ ਜਾ ਤੇ ਉੱਥੇ ਜਾ ਕੇ ਮੈਨੂੰ ਉਹ ਲੱਭੂਗਾ। ਜਿਹੜਾ ਹੈ ਹੀ ਮੇਰੇ ਅੰਦਰ ਮੌਜੂਦ ਔਰ ਜਿਸ ਨੇ ਮੈਨੂੰ ਪੈਦਾ ਕੀਤਾ ਉਹਦੇ ਨਾਲ ਤਾਂ ਮੇਰਾ ਮੁਸਲਸਲ ਰਾਬਤਾ ਹੈ। ਜੇ ਮੈਂ ਚਾਹਾਂ ਮੈਂ ਕਰ ਸਕਦਾ ਜੀ। ਤਾਂ ਇਹਨਾਂ ਦੀ ਪਰੇਸ਼ਾਨੀ ਇਹ ਹੈ ਕਿ ਇੱਕ ਤਾਂ ਉਹਨਾਂ ਨੂੰ ਵਿਕਰਮ ਸਿੰਘ ਮਜੀਠੀਆ ਘੇਰੀ ਬੈਠਾ ਔਰ ਦੂਜੇ ਪਾਸੇ ਆ ਜਿਹੜੀ ਨਮੋਸ਼ੀ ਇਹਨਾਂ ਨੂੰ ਮਿਲੀ ਹੈ ਉਹਨੇ ਇਹਨਾਂ ਦਾ ਮਾਨਸਿਕ ਸੰਤੁਲਨ ਪੂਰੀ ਤਰ੍ਹਾਂ ਗੜਬੜਾਤਾ। ਹੁਣ ਬੰਦੇ ਨੂੰ ਪਤਾ ਨਹੀਂ ਲੱਗ ਰਿਹਾ। ਹੁਣ ਤੁਸੀਂ ਦੇਖੋ ਕਿਹੋ ਜਿਹੀਆਂ ਮੁਦਰਾਵਾਂ ਕਰ ਰਹੇ ਨੇ ਉਹ। ਉਦੋਂ ਜਦੋਂ ਪ੍ਰਧਾਨ ਬਣੇ ਸੀ ਉਦੋਂ ਹੱਥ ਨੂੰ ਥੁੱਕ ਲਾ ਕੇ ਇਹ ਤੇ ਸਟੇਜ ਤੇ ਚੜੇ। ਮਤਲਬ ਇਹ ਕਿਉਂ ਕੀਤਾ ਜਾ ਰਿਹਾ ਸਾਰਾ ਕੁਝ? ਜਿਹੜਾ ਬੰਦਾ ਮਾਨਸਿਕ ਤੌਰ ਤੇ ਇਹਨਾਂ ਡੋਲਿਆ ਹੋਇਆ ਹੈ, ਜਿਹੜਾ ਬੰਦਾ ਮਾਨਸਿਕ ਤੌਰ ਤੇ ਇਹਨਾਂ ਅੰਧ ਵਿਸ਼ਵਾਸੀ ਹੈ, ਜਿਹੜਾ ਬੰਦਾ ਮਤਲਬ ਇੱਕ ਧਰਮ ਵਿਸ਼ੇਸ਼ ਚ ਪੈਦਾ ਹੋ ਕੇ ਅਜੇ ਤੱਕ ਇਹ ਨਿਰਧਾਰਿਤ ਨਹੀਂ ਕਰ ਸਕਿਆ ਕਿ ਯਾਰ ਮੈਂ ਜਾਣਾ ਕਿਹੜੇ ਪਾਸੇ ਜੀ। ਬਿਲਕੁਲ ਹਨਾ। ਕਦੇ ਹਵਨ ਵੀ ਕਰਨ ਲੱਗ ਜਾਂਦਾ, ਕਦੇ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਰਦਾਸ਼ਤ ਹੀ ਨਹੀਂ ਕਰ ਸਕਦਾ, ਹੋ ਜਿਹੜੀਆਂ ਘਟਨਾਵਾਂ ਨੇ। ਮਤਲਬ ਗੱਲ ਇਹ ਹੈ ਕਿ ਤੂੰ ਜਿਹਨੂੰ ਮੰਨਦਾ ਹੀ ਨਹੀਂਗਾ ਜੀ ਔਰ ਜਿਹਦੇ ਤੂੰ ਬਿਲਕੁਲ ਖਿਲਾਫ ਹੈ, ਜਿਹਦੀ ਤੂੰ ਰੋਜ਼ ਬੇਅਦਬੀ ਕਰਦਾ ਔਰ ਤੇਰੇ ਮਤਲਬ ਜਿਸਮ ਤੇ ਜੋ ਧਾਗੇ ਤਹਿਸ਼ਾਗੇ ਬੰਨੇ ਆ, ਜੋ ਮੁੰਦਰੀਆਂ ਸ਼ੁੰਦਰੀਆਂ ਪਾਈਆਂ, ਗਲਾਂ 'ਚ ਤੂਤ ਪਾਏ ਹੈ, ਕੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਦੇ ਅਨੁਕੂਲ ਨੇ? ਇਹ ਸਵਾਲ ਉਹਨੂੰ ਪੱਤਰਕਾਰ ਕੋਈ ਨਹੀਂ ਕਰਦਾ। ਸੋ ਇਹੋ ਜਿਹੇ ਬੰਦੇ ਨੂੰ ਜੇ ਤੁਸੀਂ ਰਾਹਨੁਮਾ ਬਣਾ ਵੀ ਲਵੋਗੇ ਉਹ ਤੁਹਾਨੂੰ ਕਿਸੇ ਖੂਹ ਖਾਤੇ 'ਚ ਸਿੱਟੇਗਾ। ਔਰ ਰਾਹੁਲ ਗਾਂਧੀ ਨੇ ਬਿਲਕੁਲ ਠੀਕ ਫੈਸਲਾ ਲਿਆ ਜਿਹੜਾ ਇਹਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਨਹੀਂ ਬਣਾਇਆ। ਪਰ ਲੱਗਦਾ ਸੀਗਾ ਕਿ ਜਦੋਂ ਰਾਹੁਲ ਗਾਂਧੀ ਚੰਨੀ ਸਾਹਿਬ ਵੱਲ ਦਾ ਕੋਈ ਫੈਸਲਾ ਕਰ ਦੇਣਗੇ, ਬਹੁਤ ਸਾਰੇ ਕਿਆਸ ਇਹੋ ਜਿਹੇ ਲੱਗ ਰਹੇ ਸਨ
ਕਿ ਨਵਜੋਤ ਸਿੱਧੂ ਉਹਦਾ ਵਿਰੋਧ ਕਰਨਗੇ, ਪਰ ਫਿਲਹਾਲ ਉਹਨਾਂ ਨੇ ਆਪ ਤਾਂ ਕੋਈ ਵਿਰੋਧ ਨਹੀਂ ਕੀਤਾ, ਪਰ ਉਹਨਾਂ ਦੀ ਧਰਮ ਪਤਨੀ ਦੇ ਵੱਲੋਂ ਰਾਹੁਲ ਗਾਂਧੀ ਨੂੰ ਇਹ ਕਿਹਾ ਗਿਆ ਕਿ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ ਸੀ, ਸੋ ਉਸ ਵਜ੍ਹਾ ਦੇ ਨਾਲ ਉਹਨਾਂ ਨੇ ਚੰਨੀ ਨੂੰ ਜਿਹੜਾ ਹੈ ਮੁੱਖ ਮੰਤਰੀ ਬਣਾਇਆ। ਸੋ ਉਹਨਾਂ ਦੀ ਪਤਨੀ ਦੇ ਵੱਲੋਂ ਇਹੋ ਜਿਹੇ ਬਿਆਨ ਜਿਹੜੇ ਲਗਾਤਾਰ ਦਿੱਤੇ ਜਾ ਰਹੇ ਨੇ। ਇਹਦੇ ਨਾਲ ਹੀ ਸਰ ਹੁਣ ਅਗਲੀ ਗੱਲ ਕਰਦੇ ਹਾਂ, ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਇਸ ਵਾਰ 2022 ਦੇ ਵਿੱਚ 5 ਰਾਜਾਂ ਦੇ ਵਿੱਚ ਚੋਣਾਂ ਹੋਣੀਆਂ ਨੇ ਤੇ ਯੂਪੀ ਦੇ ਪਹਿਲੇ ਗੇੜ ਦੀਆਂ ਚੋਣਾਂ ਸ਼ੁਰੂ ਹੋ ਗਈਆਂ ਨੇ, ਔਰ ਜਦੋਂ ਚੋਣਾਂ ਹੋਣੀਆਂ ਉਸ ਤੋਂ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਇੰਟਰਵਿਊ ਆਈ ਹੈ, ਔਰ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਰੱਜ ਕੇ ਸਮਾਜਵਾਦੀ ਪਾਰਟੀ ਦੇ ਉੱਤੇ ਹਮਲੇ ਕੀਤੇ, ਔਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਪਰਿਵਾਰ ਆਧਾਰਿਤ ਜਿੰਨੀਆਂ ਵੀ ਪਾਰਟੀਆਂ ਨੇ ਜਾਂ ਪਰਿਵਾਰ ਆਧਾਰਿਤ ਜਿਹੜੀਆਂ ਪਾਰਟੀਆਂ ਚੱਲ ਰਹੀਆਂ ਨੇ ਦੇਸ਼ ਦੇ ਵਿੱਚ, ਸਾਡੇ ਦੇਸ਼ ਦੀ ਜਮਹੂਰੀਅਤ ਨੂੰ ਤਬਾਹ ਕਰ ਦੇਣਗੀਆਂ। ਕੀ ਕਹੋਗੇ ਉਹਨਾਂ ਦੇ ਇਸ ਬਿਆਨ ਬਾਰੇ? ਇਹਨਾਂ ਦੇ ਬਿਆਨ ਬਾਰੇ ਮੈਂ ਤੁਹਾਨੂੰ ਇੱਕ ਪਹਿਲਾਂ ਉਦਾਹਰਨ ਦਿੰਦਾ। ਆਲ ਇੰਡੀਆ ਰੇਡੀਓ ਦੇ ਵਿੱਚ ਜਦੋਂ ਕੰਮ ਸੀ ਕਰਦੇ ਤਾਂ ਉਸ ਵੇਲੇ ਉੱਥੇ ਇੱਕ ਡਰਾਈਵਰ ਸੀ, ਬੜੇ ਬਜ਼ੁਰਗ ਸੀਗੇ, ਪਰ ਬੜੇ ਗੁੱਸੇਖੋਰ, ਕਿਸੇ ਦੀ ਮਤਲਬ ਉਹਨਾਂ ਨੇ ਟੈ ਨਹੀਂ ਮੰਨਣੀ ਔਰ ਆਪਣਾ ਉਹਨਾਂ ਨੇ ਕੰਮ ਵਧੀਆ ਤਰੀਕੇ ਨਾਲ ਕਰਨਾ, ਪਰ ਕੁਝ ਉਹਨਾਂ ਦੇ ਅਸੂਲ ਸੀ, ਉਹਨਾਂ ਦੇ ਮੁਤਾਬਕ ਚੱਲਦੇ ਸੀ। ਉੱਥੇ ਇੱਕ ਪ੍ਰੋਡਿਊਸਰ ਹੁੰਦੇ ਸੀਗੇ, ਉਹ ਇੱਕ ਦਿਨ ਉਹਨਾਂ ਨੂੰ ਕਹਿਣ ਲੱਗੇ ਜੀ ਮੈਂ ਗੱਡੀ ਸਿੱਖਣੀ ਆ ਤੇ ਮੈਨੂੰ ਸਿਖਾ ਦਿਓ ਜੀ। ਉਹ ਡਰਾਈਵਰ ਸਾਹਿਬ ਕਹਿਣ ਲੱਗੇ ਗੱਲ ਹੀ ਕੋਈ ਨਹੀਂ ਗੀ, ਨਵੀਂ ਗੱਡੀ ਉਸੇ ਦਿਨ ਹੀ ਆਈ ਸੀ ਡਾਇਰੈਕਟਰ ਦੀ, ਤਾਂ ਉਹ ਸ਼ਾਮ ਨੂੰ ਕਿਉਂਕਿ ਡਾਇਰੈਕਟਰ ਸਾਹਿਬ ਨੂੰ ਛੱਡ ਕੇ ਗੱਡੀ ਵਿਹਲੀ ਹੁੰਦੀ ਸੀ, ਉਹ ਕਹਿੰਦੇ ਇਹਦੇ 'ਚ ਕੋਈ ਐਡਾ ਕੋਈ ਲੰਬਾ ਚੌੜਾ ਕੰਮ ਨਹੀਂ ਹੈ, ਸਿੰਪਲ ਜੀ ਗੱਲ ਹੈ, ਆਹ ਦੇਖੋ ਸਟੀਅਰਿੰਗ ਹੈ, ਆਹ ਰੇਸ ਹੈ ਜੀ, ਆਹ ਬ੍ਰੇਕ ਹੈ ਤੇ ਆਹ ਕਲੱਚ ਹੈ, ਠੀਕ ਹੈ, ਤੇ ਤੁਸੀਂ ਕਲੱਚ ਨੱਪੀ ਰੱਖਣਾ, ਆਹ ਗੇਅਰ ਪਾ ਲੈਣਾ ਹੈ ਤੇ ਮੁੜ ਕੇ ਹੌਲੀ ਹੌਲੀ ਰੇਸ ਦੇਣੀ ਹੈ ਜੀ ਤੇ ਕਲੱਚ ਛੱਡ ਦੇਣਾ ਤੇ ਗੱਡੀ ਤੁਰ ਪੈਣੀ ਤੇ ਇੱਕ ਦੋ ਵਾਰੀ ਉਹਨੂੰ ਕਰਕੇ ਦਿਖਾਇਆ। ਹੁਣ ਉਹ ਅੰਦਰ ਹੀ ਰੇਡੀਓ ਦੇ ਸਿੱਖ ਰਹੇ ਨੇ ਤੇ ਰਸਤਾ ਹੋਣਾ ਕੋਈ ਮਤਲਬ ਸਮਝ ਲਓ ਤੁਸੀਂ 2-3 ਫਰਲਾਂਗ ਦਾ ਜੀ, ਅੱਗੇ ਕਮਰਾ ਸੀਗਾ ਤੇ ਉਹ ਬਾਬੇ ਬੈਠ ਗਏ ਜਿਹੜੇ ਸਿੱਖਣ ਵਾਲੇ ਪ੍ਰੋਡਿਊਸਰ ਸੀਗੇ ਤੇ ਉਹ ਉਤਰ ਗਏ ਆਪ ਡਰਾਈਵਰ ਸਾਹਿਬ, ਕਹਿੰਦੇ ਹੁਣ ਤੂੰ ਆਪ ਹੀ ਚਲਾ ਲਾ। ਉਹਨਾਂ ਨੇ ਜਦੋਂ ਰੇਸ ਦਿੱਤੀ ਤੇ ਇੱਕੋਦਮ ਛੱਡਿਆ ਕਲੱਚ ਤੇ ਨਵੀਂ ਗੱਡੀ ਕਮਰੇ 'ਚ ਵੱਜੀ, ਉਹਦਾ ਸਾਰਾ ਕੁਝ ਟੁੱਟ ਟਰਾ ਗਿਆ। ਹੁਣ ਦੂਸਰੇ ਦਿਨ ਡਾਇਰੈਕਟਰ ਨੇ ਤਲਬ ਕਰ ਲਿਆ, ਹੁਣ ਤੁਹਾਡੀ ਗੱਲ ਦਾ ਜਵਾਬ ਇਹਦੇ 'ਚ ਹੈ। ਜਦੋਂ ਤਲਬ ਕਰ ਲਿਆ ਉਹਨਾਂ ਨੂੰ, ਉਹਨੇ ਪੁੱਛਿਆ जो भी ना सी, हाँ भी गुलजार सिंह ये क्या किया तुमने, ये क्या है ये नई गाड़ी आई और ये तुमने क्या किया? वो कहता सर मैं थोनू एक गल दसा भी असी जी मैं हाँ एक तां एक मतलब मेरे चाचा जी है ते मेरे 2 बेटे है जी, और मैं थोनू दसा जी असी बाहली मतलब कह लो मजबूरी च रहने जी। एक मैस है जी, वो हुण परसों सूई है जी। वो कहना मैं तुमसे क्या पूछ रहा हूँ, वो कहता जी मैं तुहानू ਉਹੀ ਤਾਂ ਦੱਸਣ ਲੱਗਿਆ ਨਾ ਜੀ। ਹੁਣ ਤਾਰਾ ਮੀਰਾ ਪਹਿਲਾਂ ਵੇਚਿਆ ਸੀਗਾ ਤੇ ਉਹਦੇ ਚੋਂ ਚਲੋ ਮਾੜੇ ਮੋਟੇ 4 ਪੈਸੇ ਬਣ ਗਏ, ਹਲਦੀ ਲਾਈ ਜੀ ਉਹ ਸਾਰੀ ਖਤਮ ਹੋ ਗਈ। ਉਹ ਫੇਰ ਉਹ ਕਹਿੰਦਾ ਉਹ ਕੰਧ ਸਿਰ ਮਾਰਨ ਵਾਲਾ ਹੋ ਗਿਆ ਵੀ ਮੈਂ ਇਹਨੂੰ ਸਵਾਲ ਕੀ ਪੁੱਛੀ ਜਾਣਾ, ਇਹ ਜਵਾਬ ਕੀ ਦੇ ਰਿਹਾ। ਬਿਲਕੁਲ ਉਹ ਆਵਾਜ਼ ਹਾਨ ਦੀ ਲਾ ਲਈ, ਉਹ ਇਸ ਗੱਲ ਤੇ ਆਇਆ ਹੀ ਨਹੀਂਗਾ ਕਿ ਗੱਡੀ ਕਿਵੇਂ ਵੱਜੀ ਜੀ, ਠੀਕ। ਹੁਣ ਉਹਦੀ ਸਜ਼ਾ ਸੀ, ਉਹਦਾ ਇਨਕਰੀਮੈਂਟ ਬੰਦ ਕਰਤਾ, ਉਹਦੇ ਮੂਹਰੇ ਬਹਿ ਜਾ ਕਰੇ ਡਾਇਰੈਕਟਰ ਦੇ ਕਮਰੇ ਦੇ। ਉਹ ਜਦੋਂ ਕੋਈ ਉਹਨੂੰ ਡਾਇਰੈਕਟਰ ਨੂੰ ਕੋਈ ਵੱਡਾ ਅਫਸਰ ਮਿਲਣ ਆਇਆ ਕਰੇ ਤੇ ਉਹਨੂੰ ਕਿਹਾ ਕਰੇ ਜੀ ਦੇਖੋ ਜੀ सारा उनको बताओ जी मेरा इनको इंक्रीमेंट बंद कर दिया है, मैं गरीब आदमी हूँ। वो बंदा बड़ा एम्बैरसिंग सिचुएशन होया करे जो बंदा कदे कोई करनल आ रहा है मिलने कदे डायरेक्टर हो जा रहा है, मतलब उन्हें यही जी हालत करती। अल्टीमेटली उन्होंने ਉਹਦਾ ਇੰਕਰੀਮੈਂਟ ਲਾਇਆ ਤੇ ਚਲੋ ਉਹਨੂੰ ਫਿਰ ਪੁੱਛਿਆ ਹੀ ਨਹੀਂਗਾ ਕਿ ਗੱਡੀ ਵੱਜੀ ਕਿਵੇਂ ਸੀ। ਮੋਦੀ ਜੀ ਜੋ ਬਿਆਨ ਦੇ ਰਹੇ ਨੇ ਪਰਿਵਾਰਵਾਦ ਦਾ, ਕਦੇ ਮੋਦੀ ਜੀ ਇਹ ਗੱਲ ਕਰ ਰਹੇ ਨੇ ਕਿ ਦੇਸ਼ ਚੋਂ ਬੇਰੁਜ਼ਗਾਰੀ ਕਿਵੇਂ ਦੂਰ ਹੋਵੇਗੀ? ਕਦੇ ਮੋਦੀ ਜੀ ਨੇ ਲੋਕਾਂ ਨੂੰ ਇਹ ਦੱਸਿਆ ਕਿ ਕੋਵਿਡ ਦੌਰਾਨ ਜਿਹੜੀਆਂ ਲਾਸ਼ਾਂ ਗੰਗਾ ਦੇ ਵਿੱਚ ਰੋੜੀਆਂ ਗਈਆਂ ਔਰ ਜਿਹੜੇ ਲੋਕ ਆਕਸੀਜਨ ਦੀ ਘਾਟ ਕਾਰਨ ਹਸਪਤਾਲਾਂ ਵਿੱਚ ਦਮ ਤੋੜ ਗਏ, ਜਿਨ੍ਹਾਂ ਨੂੰ ਐਂਬੂਲੈਂਸਾਂ ਨਹੀਂ ਮਿਲੀਆਂ, ਔਰ ਇਹ ਜਿਹੇ ਨਜ਼ਾਰੇ ਵੀ ਵੇਖੇ ਜਿਨ੍ਹਾਂ ਨੇ ਆਪਣੇ ਮਤਲਬ ਮ੍ਰਿਤ ਰਿਸ਼ਤੇਦਾਰਾਂ ਨੂੰ ਸਾਈਕਲਾਂ ਤੇ ਢੋਇਆ ਔਰ ਹਸਪਤਾਲ ਮੋਢਿਆਂ ਤੇ ਚੱਕ ਕੇ ਲਗਾਏ, ਔਰ ਜਿੱਥੇ ਕੋਰੀਡੋਰ ਦੇ ਵਿੱਚ ਲੋਕ ਰੁਲਦੇ ਰਹੇ ਕਿਸੇ ਨੇ ਉਹਨਾਂ ਦਾ ਇਲਾਜ ਨਹੀਂ ਕੀਤਾ। 1 ਕਰੋੜ ਬੰਦਾ ਤੁਰ ਪਿਆ ਇੱਕ ਅਣਜਾਣ ਸਫ਼ਰ ਤੇ ਜਿਹੜਾ ਹਜ਼ਾਰਾਂ ਮੀਲਾਂ ਲੰਮਾ ਸੀ, ਰਾਹ ਦੇ ਵਿੱਚ ਲੋਕ ਗਰਕ ਹੋ ਗਏ, ਕਿਸੇ ਨੇ ਪਾਣੀ ਨਹੀਂ ਪੁੱਛਿਆ, ਕਿਸੇ ਨੇ ਰੋਟੀ ਨਹੀਂ ਦਿੱਤੀ ਜੀ। ਗੱਲ ਤਾਂ ਇਹ ਹੈ ਕਿ ਤੁਸੀਂ ਪਰਿਵਾਰਵਾਦ ਨੂੰ ਤਾਂ ਛੱਡੋ, ਇਹ ਤਾਂ ਲੋਕਾਂ ਨੇ ਵੇਖਣਾ ਕਿ ਉਹਨਾਂ ਨੇ ਕਿਹੜਾ ਉਮੀਦਵਾਰ ਚੁਣਨਾ, ਉਹਨਾਂ ਤੇ ਤੁਸੀਂ ਮਤਲਬ ਉਹ ਤੁਹਾਡੇ ਪਾਬੰਦ ਨਹੀਂ ਹੈ, ਤੁਸੀਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਮੁਤਾਸਿਰ ਨਹੀਂ ਕਰ ਸਕਦੇ। ਤੁਸੀਂ ਸਿਰਫ ਆਪਣੀਆਂ ਪ੍ਰਾਪਤੀਆਂ ਦੱਸੋ ਕਿ ਅਸੀਂ ਕੀ ਕੀਤਾ। ਜਦੋਂ ਤੁਹਾਡੇ ਤੋਂ ਕੋਈ ਸਵਾਲ ਪੁੱਛਦਾ ਉਦੋਂ ਅਮਿਤ ਸ਼ਾਹ ਜੀ ਕਹਿੰਦੇ ਇਹ ਤਾਂ ਜੁਮਲਾ ਸੀ। ਇਹਦਾ ਮਤਲਬ ਤੁਸੀਂ ਲੋਕਾਂ ਨੂੰ ਮੂਰਖ ਬਣਾਉਣ ਦਾ ਠੇਕਾ ਲਿਆ ਹੋਇਆ। ਤੁਸੀਂ ਦੱਸੋ ਨਾ ਕਿ ਬਿਹਾਰ ਦੇ ਵਿੱਚ ਜਾਂ ਯੂਪੀ ਦੇ ਵਿੱਚ ਜਿਹੜਾ ਕ੍ਰਾਈਮ ਹੈ ਇੰਨਾ ਉਹ ਕਿਵੇਂ ਖਤਮ ਹੋਊਗਾ? ਉੱਥੇ ਭੁੱਖਮਰੀ ਗੁਰਬਤ ਕਦੋਂ ਖਤਮ ਹੋਏਗੀ? ਉੱਥੇ ਸਿਹਤ ਸਹੂਲਤਾਂ ਦਾ ਜਿਹੜਾ ਕਬਾੜਾ ਹੋਇਆ ਉਹਨੂੰ ਠੀਕ ਕੌਣ ਕਰੇਗਾ? ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਦੇ। ਹਮੇਸ਼ਾ ਜਾਂ ਮੋਤੀ ਲਾਲ ਨਹਿਰੂ ਨੂੰ ਲੈ ਕੇ ਬਹਿ ਜਾਂਦੇ ਹੋ, ਜਾਂ ਜਵਾਹਰ ਲਾਲ ਨਹਿਰੂ ਨੂੰ ਲੈ ਕੇ ਬਹਿ ਜਾਂਦੇ ਹੋ, ਜਾਂ ਇੰਦਰਾ ਗਾਂਧੀ ਨੂੰ, ਜਿਨ੍ਹਾਂ ਨੂੰ ਇਤਿਹਾਸ ਸਜਦੇ ਕਰਦਾ ਹੈ। ਤੁਸੀਂ ਉਹਨਾਂ ਨੂੰ
ਛੋਟੇ ਕਰਨ ਦੀ ਮਤਲਬ ਜਿਹੜੀ ਜ਼ਿੱਦ ਫੜੀ ਹੋਈ ਆ ਉਹ ਐ ਨਹੀਂ ਹੁੰਦਾ। ਇਤਿਹਾਸ ਬਦਲੇ ਨਹੀਂ ਜਾ ਸਕਦੇ ਹੁੰਦੇ ਤੇ ਨਾ ਕਿਸੇ ਸੜਕ ਦਾ ਨਾਮ ਬਦਲ ਕੇ ਇਤਿਹਾਸ ਨੂੰ ਮਿਟਾਇਆ ਜਾ ਸਕਦਾ ਔਰ ਨਾ ਕਿਸੇ ਸਟੇਸ਼ਨ ਦਾ, ਕਿਸੇ ਸੂਬੇ ਦਾ ਜਾਂ ਕਿਸੇ ਸ਼ਹਿਰ ਦਾ ਨਾਂ ਬਦਲ ਕੇ ਤੁਸੀਂ ਆਪਣੀ ਸੂਰਮਗਤੀ ਹੈ ਜਿਹੜੀ ਉਸ ਨੂੰ ਜ਼ਾਹਿਰ ਕਰ ਸਕਦੇ ਹੋ। ਕਿਉਂਕਿ ਤੁਹਾਡੀ ਬੁਜ਼ਦਲੀ ਕੀ ਹੈ, ਸਾਡੀ ਕਾਇਰਤਾ ਕੀ ਹੈ, ਅਸੀਂ ਕਿੰਨੇ ਬਹਾਦਰ ਸੀਗੇ, ਇਹ ਇਤਿਹਾਸ 'ਚ ਅੰਕਿਤ ਹੈ ਔਰ ਉਹਨੂੰ ਕੋਈ ਮਿਟਾ ਨਹੀਂ ਸਕਦਾ। ਜੀ ਸਰ, ਆਨੇ ਇਹਨਾਂ ਦੀ ਹੀ ਗੱਲ ਦੇ ਉੱਤੇ ਪਰ ਬਾਰ-ਬਾਰ ਪਰਿਵਾਰਵਾਦ ਦੀ ਜਿਹੜੀ ਗੱਲ ਕਰਦੇ ਨੇ ਉਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਪਰਿਵਾਰਵਾਦ ਮੈਂ ਕਹਿੰਦਾ ਜੇ ਮੈਂ ਸਿਆਸਤ 'ਚ ਹਾਂ ਔਰ ਮੇਰਾ ਸਿਆਸੀ ਤਜਰਬਾ ਹੈ, ਮੇਰੇ ਬੱਚਿਆਂ ਨੇ ਮੈਥੋਂ ਉਹੀ ਕੁਝ ਸਿੱਖਣਾ ਨਾ, ਮੈਂ ਉਹਨਾਂ ਨੂੰ ਵਿਰਸੇ ਵਿੱਚ ਉਹੀ ਦਊਂਗਾ ਨਾ। ਜੀ ਠੀਕ ਹੈ, ਬਾਕੀ ਮੈਂ ਵੇਖੂੰਗਾ ਕਿ ਮੇਰੇ ਬੱਚੇ ਦਾ ਰੁਝਾਨ ਕਿੱਧਰ ਹੈ। ਬਹੁਤ ਸਾਰੇ ਸਿਆਸਤਦਾਨ ਐਸੇ ਨੇ ਜਿਨ੍ਹਾਂ ਦੇ ਬੱਚੇ ਨਹੀਂ ਹੈ ਸਿਆਸਤ 'ਚ, ਪਰ ਜੇ ਕੋਈ ਬੱਚਾ ਸਿਆਸਤ 'ਚ ਆਉਣਾ ਚਾਹੁੰਦਾ ਹੈ ਤਾਂ ਫਿਰ ਉਹਦੇ ਤੇ ਰੋਕ ਕਿਉਂ ਹੈ? ਜਮਹੂਰੀਅਤ 'ਚ ਹਰ ਬੰਦੇ ਨੂੰ, ਹਰ ਪਰਿਵਾਰ ਨੂੰ ਇਹ ਹੱਕ ਹੈ, ਉਹ ਭਾਵੇਂ ਸਾਰਾ ਪਰਿਵਾਰ ਆ ਜਾਏ, ਇਹਦੇ 'ਚ ਪਰਿਵਾਰਵਾਦ ਵਾਲੀ ਕਿਹੜੀ ਗੱਲ ਹੈ? ਔਰ ਜੇ ਲੋਕ ਤਾਂ ਜਮਹੂਰੀਅਤ ਹੈ, ਇੱਥੇ ਇੱਕ ਪਰਿਵਾਰ ਨੇ ਤਾਂ ਲੋਕਾਂ ਨੂੰ ਨਹੀਂ ਦੱਸਣਾ ਕਿ ਸਾਨੂੰ ਵੋਟਾਂ ਪਾਓ, ਇਹ ਤਾਂ ਲੋਕਾਂ ਨੇ ਖੁਦ ਡਿਸਾਈਡ ਕਰਨਾ। ਲੋਕਤੰਤਰ ਦੇ ਵਿੱਚ ਲੋਕਾਂ ਨੂੰ ਇਹ ਹੱਕ ਹੈ ਕਿ ਉਹ ਜਿਹਨੂੰ ਚਾਹੁੰਦੇ ਆ, ਇੰਦਰਾ ਗਾਂਧੀ ਨੂੰ ਕਿਹੜਾ ਨਹੀਂ ਥੱਲੇ ਲਾਇਆ ਉਹਨਾਂ ਨੇ, ਔਰ ਇੰਦਰਾ ਗਾਂਧੀ ਨੂੰ ਕਿਹੜਾ ਗ੍ਰਿਫਤਾਰ ਨਹੀਂ ਕੀਤਾ ਗਿਆ, ਔਰ ਫਿਰ ਕੀ ਇੰਦਰਾ ਗਾਂਧੀ ਨੂੰ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਉਹਨੂੰ ਦਰਕਿਨਾਰ ਕੀਤਾ ਸੀ ਕਿ ਦੁਬਾਰਾ ਸੱਤਾ ਨਹੀਂ ਬਖਸ਼ੀ। ਤੇ ਇਸ ਕਰਕੇ ਮੋਦੀ ਜੀ ਇਹ ਕਿਸੇ ਪਰਿਵਾਰ ਦੇ ਜੀ ਦੇ ਆਉਣ ਨਾਲ ਜਾਂ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜਮਹੂਰੀਅਤ ਦੇ ਵਿੱਚ ਤਾਕਤ ਲੋਕਾਂ ਕੋਲੇ ਹੈ, ਕਿਸੇ ਪਰਿਵਾਰ ਦੇ ਕਿਸੇ ਜੀ ਤੱਕ ਕੇਂਦਰਿਤ ਨਹੀਂ ਹੈ। ਜੇ ਅਖਿਲੇਸ਼ ਯਾਦਵ ਤੋਂ ਤੁਹਾਨੂੰ ਚੁਣੌਤੀ ਮਿਲ ਰਹੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਬਹੁਤ ਡਰੇ ਹੋਏ ਹੋ ਔਰ ਪਰਿਵਾਰਵਾਦ ਦੀਆਂ ਗੱਲਾਂ ਕਰਕੇ ਤੁਸੀਂ ਅਸਲੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੇ ਹੋ। ਲੇਕਿਨ ਹੁਣ ਹੌਲੀ ਹੌਲੀ ਹਵਾ ਬਦਲ ਰਹੀ ਹੈ ਔਰ ਹਵਾ ਕਦੇ ਵੀ ਉਸੇ ਤਰ੍ਹਾਂ ਨਹੀਂ ਚੱਲਦੀ ਹੁੰਦੀ ਇੱਕ ਦਿਸ਼ਾ 'ਚ ਕਿ ਜਿਸ 'ਚ ਉਹ ਸ਼ੁਰੂ ਹੋਈ ਹੈ ਤੇ ਫਿਰ ਖਤਮ ਵੀ ਉਸੇ 'ਚ ਹੀ ਹੋਵੇਗੀ। ਉਹ ਦਿਨ ਦੇ ਵਿੱਚ ਕਈ ਵਾਰ ਦਿਸ਼ਾਵਾਂ ਬਦਲਦੀ ਹੈ ਔਰ ਇਸੇ ਤਰ੍ਹਾਂ ਹਕੂਮਤਾਂ ਬਦਲਦੀਆਂ ਰਹਿੰਦੀਆਂ ਨੇ, ਸਲਤਨਤਾਂ ਬਦਲਦੀਆਂ ਰਹਿੰਦੀਆਂ ਨੇ, ਹੁਕਮਰਾਨ ਬਦਲਦੇ ਰਹਿੰਦੇ ਨੇ। ਔਰ ਇਹ ਨਾ ਸੋਚੋ ਕਿ ਜੇ ਤੁਸੀਂ ਕਿਹਾ ਅਸੀਂ 100 ਸਾਲ ਰਾਜ ਕਰਾਂਗੇ ਤੇ 100 ਸਾਲ ਹੀ ਕਰੋਗੇ, ਕਿਉਂਕਿ ਇਹ ਉੱਤੇ ਵਾਲਾ ਜਾਣਦਾ ਕਿ ਕੋਈ ਕਿੰਨੇ ਸਾਲ ਰਾਜ ਕਰੇਗਾ। ਜੀ, ਇਹਦੇ ਨਾਲ ਹੀ ਸਰ ਅਗਲੀ ਗੱਲ ਕਰਦੇ ਹਾਂ। ਰਾਜ ਸਭਾ ਦੇ ਵਿੱਚ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਦੇ ਵੱਲੋਂ 2018 ਤੋਂ ਲੈ ਕੇ 2020 ਤੱਕ ਦਾ ਬੇਰੋਜ਼ਗਾਰੀ ਦੇ ਕਾਰਨ ਜਿਨ੍ਹਾਂ ਨੇ ਸੁਸਾਈਡ ਕਰ ਲਈ, ਆਤਮ ਹੱਤਿਆ ਕਰ ਲਈ, ਉਹਨਾਂ ਦਾ ਡਾਟਾ ਪੇਸ਼ ਕੀਤਾ ਗਿਆ ਔਰ ਤੁਸੀਂ ਹੈਰਾਨ ਹੋ ਜਾਓਗੇ ਇਸ ਡਾਟੇ ਦੇ ਵਿੱਚ ਤਕਰੀਬਨ 9140 ਤਕਰੀਬਨ ਲਗਭਗ ਜਿਹੜੇ ਵਿਅਕਤੀ ਨੇ ਜਿਨ੍ਹਾਂ ਨੇ ਬੇਰੋਜ਼ਗਾਰੀ ਤੋਂ ਤੰਗ ਆ ਕੇ ਸੁਸਾਈਡ ਕੀਤੀ ਹੈ। ਸੋ 9140 ਜਦੋਂ ਇਹੋ ਜਿਹੀ ਅਸੀਂ ਕੋਈ ਖਬਰ ਪੜ੍ਹਦੇ ਹਾਂ, ਗਿਣਤੀ ਮਿਣਤੀ ਪੜ੍ਹਦੇ ਹਾਂ ਤੇ ਇੱਕ ਆਮ ਵਿਅਕਤੀ ਜਿਹੜਾ ਵੀ ਪੜ੍ਹਦਾ ਆ ਜਾਂ ਸੁਣਦਾ ਉਹ ਤਾਂ ਹੈਰਾਨ ਹੋਊਗਾ। ਉਹਦੇ ਦਿਲ ਦੇ ਵਿੱਚ ਤਾਂ ਇੱਕ ਖਿਆਲ ਜ਼ਰੂਰ ਆਉਂਦਾ ਹੈ ਕਿ ਆਖਰ ਕਿਉਂ ਸਾਡੇ ਦੇਸ਼ ਦੇ ਵਿੱਚ ਇਹੋ ਜਿਹੇ ਹਾਲਾਤ ਬਣਦੇ ਨੇ ਕਿ ਲੋਕ ਰੋਟੀ ਤੋਂ ਤੰਗ ਆ ਕੇ, ਰੋਟੀ ਦੀ ਕਮਾਈ ਤੋਂ ਮੁਸ਼ਕਲਾਂ ਤੋਂ ਤੰਗ ਆ ਕੇ, ਪਰੇਸ਼ਾਨੀਆਂ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲੈਂਦੇ ਨੇ। ਹੁਣ ਸਵਾਲ ਇਹ ਆਉਂਦਾ ਹੈ ਕਿ ਜੇਕਰ ਆਮ ਵਿਅਕਤੀ ਇਹ ਗੱਲ ਸੋਚ ਸਕਦਾ ਹੈ ਤਾਂ ਸਾਡੇ ਸੱਤਾਧਾਰੀ ਜਿਨ੍ਹਾਂ ਨੂੰ ਅਸੀਂ ਹੀ ਕੁਰਸੀ ਦੇ ਉੱਤੇ ਬਿਠਾਇਆ ਹੋਇਆ ਹੈ, ਅਸੀਂ ਹੀ ਉਹਨਾਂ ਤੋਂ ਉਮੀਦ ਲਾ ਕੇ ਬੈਠੇ ਹਾਂ ਕਿ ਇਹ ਸਾਡਾ ਸ਼ਾਇਦ ਕੁਝ ਸੋਚਣਗੇ, ਵਿਚਾਰਨਗੇ, ਉਹਨਾਂ ਦੇ ਸਾਹਮਣੇ ਜਦੋਂ ਇਹ ਡਾਟਾ ਆਉਂਦਾ ਤੇ ਉਹਨਾਂ ਦੇ ਮਨ ਦੇ ਵਿੱਚ ਸਵਾਲ ਕਿਉਂ ਨਹੀਂ ਆਉਂਦੇ? ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ 'ਚ ਇੱਕ ਪਤੀ ਪਤਨੀ ਨੇ ਮੋਦੀ ਜੀ ਨੂੰ ਕੋਸਦਿਆਂ ਫੇਸਬੁੱਕ ਤੇ ਲਾਈਵ ਹੋ ਕੇ ਜ਼ਹਿਰ ਖਾਧੀ ਹੈ। ਪਤਨੀ ਦੀ ਮੌਤ ਹੋ ਗਈ ਹੈ ਔਰ ਪਤੀ ਜਿਹੜਾ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹਸਪਤਾਲ 'ਚ ਹੈ ਔਰ ਉਹਨੇ ਕਿਹਾ ਕਿ ਮੋਦੀ ਦੀਆਂ ਗਲਤ ਨੀਤੀਆਂ ਕਾਰਨ ਸਾਨੂੰ ਇਹ ਸਟੈਪ ਲੈਣਾ ਪਿਆ। ਇਹ ਉਹੀ ਮੋਦੀ ਜੀ ਨੇ ਜਿਹੜੇ ਕਹਿੰਦੇ ਸੀਗੇ ਕਿ 2.5 ਕਰੋੜ ਜਾਂ 2 ਕਰੋੜ ਨੌਕਰੀਆਂ ਹਰ ਸਾਲ ਦਿਆ ਕਰਾਂਗੇ ਔਰ ਹੁਣ ਇਹ ਗੱਲ ਇਹਨਾਂ ਨੇ ਕਹੀ ਹੈ ਕਿ ਸਾਡੇ ਕੋਲੇ ਨੌਕਰੀਆਂ ਹੈ ਨਹੀਂ ਗੀਆਂ। ਠੀਕ, ਜਿਹੜੀ ਹਾਲਤ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਇਹ ਅੰਕੜੇ ਮੈਨੂੰ ਸਹੀ ਨਹੀਂ ਲੱਗਦੇ, ਕਿਉਂਕਿ 1 ਅਰਬ 35 ਕਰੋੜ ਦੀ ਆਬਾਦੀ 'ਚ 9145 ਜੋ ਵੀ ਤੁਸੀਂ ਦੱਸਿਆ ਇਹ ਤਾਂ ਬੜੀ ਥੋੜੀ ਗਿਣਤੀ ਹੈ। ਇਹ ਜੇ ਇਹਨਾਂ ਨੂੰ ਇਹ ਪੁੱਛਿਆ ਜਾਣਾ ਚਾਹੀਦਾ ਹੈ ਨਿਤਿਆਨੰਦ ਜੀ ਨੂੰ ਕਿ ਪਹਿਲਾਂ ਇਹ ਦੱਸੋ ਕਿ ਹਿੰਦੁਸਤਾਨ ਦੇ ਵਿੱਚ ਜਿਹਨੂੰ ਆਪਾਂ ਖੇਤੀ ਪ੍ਰਧਾਨ ਦੇਸ਼ ਕਹਿੰਦੇ ਆ ਉੱਥੇ ਕਿੰਨੇ ਕਿਸਾਨ ਤੇ ਮਜ਼ਦੂਰ ਹੁਣ ਤੱਕ ਖੁਦਕੁਸ਼ੀਆਂ ਕਰ ਚੁੱਕੇ ਨੇ। ਜੀ, ਤੁਹਾਨੂੰ ਜਦੋਂ ਇਹ ਪੁੱਛਿਆ ਗਿਆ, ਸਰਕਾਰ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕਿਸਾਨ ਅੰਦੋਲਨ ਦੇ ਦੌਰਾਨ ਕਿੰਨੇ ਕਿਸਾਨ ਨੇ ਜਿਹੜੇ 750 ਦੇ ਕਰੀਬ ਉਹ ਮਤਲਬ ਸ਼ਹੀਦ ਹੋ ਗਏ ਤੇ ਤੁਸੀਂ ਕਹਿੰਦੇ ਸਾਡੇ ਕੋਲ ਤਾਂ ਅੰਕੜਾ ਕੋਈ ਨਹੀਂ ਜੀ, ਤੁਹਾਡੇ ਕੋਲ ਇਹ ਵੀ ਅੰਕੜਾ ਕੋਈ ਨਹੀਂ ਕਿ ਕਿੰਨੇ ਲੋਕ ਜਿਹੜੇ ਮਰੇ ਦਬਾ ਦਿੱਤੇ ਗਏ ਗੰਗਾ ਦੇ ਕੰਢਿਆਂ ਦੇ ਉੱਪਰ, ਉਹਦਾ ਵੀ ਤੁਹਾਡੇ ਕੋਲੇ ਕੋਈ ਅੰਕੜਾ ਨਹੀਂ। ਤੇ ਇਹ ਅੰਕੜੇ ਤੁਸੀਂ ਕਿਸ ਸਰੋਤ ਤੋਂ ਲਏ ਆ ਤੇ ਤੁਹਾਨੂੰ ਕੌਣ ਦੱਸ ਕੇ ਗਿਆ? ਔਰ ਜਿਹੜੇ ਗਰੀਬੀ ਨਾਲ ਮਰ ਰਹੇ ਨੇ ਤੇ ਰੋਜ਼ ਮਰਦੇ ਨੇ ਉਹਨਾਂ ਦੇ ਅੰਕੜੇ ਕਿੱਥੇ ਗਏ? ਜੀ, ਬਹੁਤ ਸਾਰੇ ਤੁਸੀਂ ਜਿਸ ਵੀ ਮਰਜ਼ੀ ਸੂਬੇ ਚਲੇ ਜਾਓ, ਇੱਥੇ ਪੰਜਾਬ 'ਚ ਵੀ ਬਹੁਤ ਜਿਹੜੇ ਗਰੀਬ ਨੇ ਬਿਹਾਰ ਤੋਂ ਜਾਂ ਯੂਪੀ ਤੋਂ ਆਏ ਨੇ, ਕਦੇ ਕਦੇ ਉਹਨਾਂ ਨੂੰ ਸਰਦੀ ਦੇ ਉਸ ਮੌਸਮ 'ਚ ਜਦੋਂ ਕਿ ਤੁਸੀਂ ਬਹੁਤ ਸਾਰੇ ਕੱਪੜੇ ਪਾ ਕੇ ਬਾਹਰ ਨਿਕਲਦੇ ਹੋ, ਮੂੰਹ ਸਿਰ ਤੁਹਾਡਾ ਢਕਿਆ ਹੁੰਦਾ ਤੇ ਉਦੋਂ ਜਦੋਂ ਕੋਈ ਨੰਗੇ ਪੈਰੀ ਔਰਤ ਆਪਣੇ ਬੱਚੇ ਨੂੰ ਚੁੱਕ ਕੇ ਕੁਝ ਰੂੜੀਆਂ ਤੋਂ ਚੁਗ ਰਹੀ ਹੁੰਦੀ ਹੈ ਤਾਂ ਉਸ ਵੇਲੇ ਸਾਨੂੰ ਲੱਗਦਾ ਹੈ ਕਿ ਯਾਰ ਅਸੀਂ ਇਸ ਦੇਸ਼ 'ਚ ਰਹਿੰਦੇ ਹਾਂ। ਔਰ ਠੀਕ ਹੈ ਤੁਸੀਂ ਅੱਖਾਂ ਤਾਂ ਬੰਦ ਕਰਕੇ ਨਹੀਂ ਤੁਰਦੇ,
ਯਥਾ ਸਮਰੱਥਾ ਤੁਸੀਂ ਕੁਝ ਨਾ ਕੁਝ ਕਰਦੇ ਹੋ ਉਹਨਾਂ ਕਰਦੇ ਵਾਸਤੇ, ਹੋ ਜੀ। ਪਰ ਗੱਲ ਇਹ ਹੈ ਕਿ ਤੁਸੀਂ ਇੰਨੇ ਮਜ਼ਬੂਤ ਜਾਂ ਤਾਕਤਵਰ ਨਹੀਂ ਹੋ ਕਿ ਤੁਸੀਂ ਸਾਰਾ ਕੁਝ ਬਦਲ ਸਕੋ। ਜੀ ਨਿਜ਼ਾਮ ਬਦਲੀ ਦੀਆਂ ਗੱਲਾਂ ਹੁੰਦੀਆਂ ਨੇ, ਦੇਸ਼ ਨੂੰ ਗਰੀਬੀ ਚੋਂ ਕੱਢਣ ਦੀਆਂ ਗੱਲਾਂ ਹੁੰਦੀਆਂ ਨੇ, ਝੂਠੇ ਦਾਅਵੇ ਕੀਤੇ ਜਾਂਦੇ ਨੇ। ਇਹ ਤਾਂ ਜਿੰਨੀ ਦੇਰ ਤੱਕ ਮੁਲਕ 'ਚੋਂ ਅੰਧ ਵਿਸ਼ਵਾਸ ਤੇ ਅਨਪੜ੍ਹਤਾ ਨਹੀਂ ਮੁੱਕਦੀ ਉਨੀ ਦੇਰ ਤੱਕ ਇਸ ਦੇਸ਼ ਦਾ ਉद्धार ਨਹੀਂ ਹੋ ਸਕਦਾ। ਅਸੀਂ ਹੋਰ ਹੀ ਪਾਸੇ ਮਤਲਬ ਤੁਰੇ ਹੋਏ ਹਾਂ। ਅਸੀਂ ਕੋਈ ਗੁਰਦੁਆਰੇ ਨੂੰ ਲੈ ਕੇ ਇੱਕ ਦੂਜੇ ਪਿੱਛੇ ਕਿਰਪਾਨਾਂ ਕੱਢੀ ਫਿਰਦਾ, ਕੋਈ ਗੁਰਦੁਆਰੇ ਦੀ ਸਕੱਤਰੀ ਤੇ ਪ੍ਰਧਾਨਗੀ ਲੈਣ ਵਾਸਤੇ ਮਤਲਬ ਇੱਕ ਦੂਜੇ ਦੇ ਗਲ ਛੱਤ ਪਾ ਲੈਂਦਾ, ਕੋਈ ਮੰਦਿਰ ਬਣਾਉਣ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕਰੀ ਜਾਂਦਾ। ਜੇ ਇੰਨੇ ਧਰਮ ਮੰਦਿਰ, ਗੁਰਦੁਆਰੇ, ਮਸਜਿਦਾਂ ਔਰ ਗਿਰਜਾ ਘਰ ਇਸ ਦੇਸ਼ ਦੇ ਵਿੱਚ ਖੁਸ਼ਹਾਲੀ ਨਹੀਂ ਲਿਆ ਸਕੇ, ਇੰਨੇ ਭਗਵਾਨ ਮਤਲਬ ਜਿੰਨੇ ਕੋਈ ਅੰਤ ਹੀ ਨਹੀਂਗਾ, ਜੇ ਉਹ ਸਾਡਾ ਕੁਝ ਨਹੀਂ ਸਵਾਰ ਸਕੇ ਤਾਂ ਫਿਰ ਇਹ ਤੋਂ ਸਮਝ ਲੈਣਾ ਚਾਹੀਦਾ ਕਿ ਇਹ ਜਿਹੜੇ ਸਭ ਟਕੌਂਸਲੇ ਨੇ ਔਰ ਧਰਮ ਦੇ ਨਾਮ ਤੇ ਵੋਟਾਂ ਲੈਣ ਦਾ ਇੱਕ ਹਰਬਾ, ਔਰ ਇਸ ਤੋਂ ਲੋਕਾਂ ਨੂੰ ਬਚਣਾ ਚਾਹੀਦਾ। ਲੋਕਾਂ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਪੜ੍ਹਾਉਣ ਔਰ ਜਿਹੜਾ ਗਰੀਬ ਮਾਜ਼ੂਰ ਹੈ ਉਹਦੀ ਯਥਾ ਸਮਰੱਥਾ ਆਰਥਿਕ ਹੈਲਪ ਕਰਨ, ਸਹਾਇਤਾ ਕਰਨ, ਤਾਂ ਜੋ ਅਸੀਂ ਸਮਾਜ ਦੇ ਵਿੱਚ ਇੱਕ ਬਰਾਬਰੀ ਵਾਲਾ ਅਹਿਸਾਸ ਪੈਦਾ ਕਰ ਸਕੀਏ। ਬਿਲਕੁਲ ਜੀ। ਔਰ ਇਹਦੇ ਨਾਲ ਹੀ ਸਰ ਗੱਲ ਕਰਦੇ ਪੰਜਾਬ ਦੀ, ਪੰਜਾਬ ਦੇ ਵਿੱਚ ਵੱਖੋ-ਵੱਖ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਔਰ ਚੋਣ ਪ੍ਰਚਾਰ ਮੈਂ ਕਹੂੰਗੀ ਕਿ ਪੂਰਾ ਸਰਗਰਮ ਹੈ। ਹਰ ਤਰੀਕੇ ਦੇ ਨਾਲ ਲੋਕਾਂ ਨੂੰ ਲੁਭਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਡੋਰ ਟੂ ਡੋਰ ਕੰਪੇਨਿੰਗ ਹੋ ਰਹੀ ਹੈ ਔਰ ਬਹੁਤ ਸਾਰੇ ਇਹੋ ਜਿਹੇ ਮੈਂ ਕਹੂੰਗੀ ਮੰਤਰੀ ਨੇ ਜਿਹੜੇ ਕਿ 5-5 ਸਾਲ ਦਿਖਾਈ ਵੀ ਨਹੀਂ ਦਿੰਦੇ ਤੇ ਉਹ ਵੀ ਹੁਣ ਨਿੱਕੀਆਂ-ਨਿੱਕੀਆਂ ਗਲੀਆਂ ਦੇ ਵਿੱਚ, ਪਿੰਡਾਂ ਦੇ ਮੈਂ ਕਹੂੰਗੀ ਸੱਥਾਂ ਦੇ ਵਿੱਚ ਜਾ ਕੇ ਹੱਥ ਜੋੜ ਕੇ ਲੋਕਾਂ ਤੋਂ ਵੋਟਾਂ ਮੰਗ ਰਹੇ ਨੇ। ਸੋ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਿਸੇ ਵੀ ਪਾਰਟੀ ਦੇ ਵੱਲੋਂ ਚੋਣ ਪ੍ਰਚਾਰ ਹੁੰਦਾ ਤੇ ਉਹਦੇ ਜਿੰਨੇ ਵੀ ਅੱਗਿਓਂ ਉਹਨਾਂ ਨੇ ਮੈਂਬਰ ਰੱਖੇ ਹੁੰਦੇ ਨੇ, ਉਹ ਉਸ ਤੋਂ ਪਹਿਲਾਂ ਉਸ ਇਲਾਕੇ ਦੇ ਵਿੱਚ ਜਾ ਕੇ ਝੰਡੀਆਂ ਲਗਾਉਂਦੇ ਨੇ, ਪੋਸਟਰ ਲਗਾਉਂਦੇ ਨੇ। ਸੋ ਇਹੋ ਜਿਹੀ ਜਿਹੜੀ ਕੈਤ ਚੱਲ ਰਹੀ ਹੈ ਸਾਰੇ ਪਾਸੋਂ। ਗੱਲ ਕਰਦੇ ਆ ਕਪੂਰਥਲੇ ਦੇ ਵਿੱਚ, ਜਿੱਥੇ ਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਮੰਜੂ ਰਾਣਾ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਉਹਨਾਂ ਦੇ ਬੰਦਿਆਂ ਦੇ ਵੱਲੋਂ ਕਪੂਰਥਲੇ ਦੇ ਵਿੱਚ ਜਾ ਕੇ ਇੱਕ ਹਲਕੇ ਦੇ ਵਿੱਚ ਜਦੋਂ ਪੋਸਟਰ ਲਗਾਏ ਜਾ ਰਹੇ ਸਨ ਤਾਂ ਦੂਸਰੀ ਵਿਰੋਧੀ ਪਾਰਟੀ ਰਾਣਾ ਗੁਰਜੀਤ ਦੇ ਬੰਦਿਆਂ ਦੇ ਵੱਲੋਂ ਸਾਡੇ ਬੰਦਿਆਂ ਨੂੰ ਮਨਾ ਕੀਤਾ ਗਿਆ ਪੋਸਟਰ ਲਗਾਉਣ ਦੇ ਲਈ। ਤੇ ਜਦੋਂ ਉਹਨਾਂ ਨੇ ਇਹਦੀ ਜਿਹੜੀ ਸ਼ਿਕਾਇਤ ਹੈ ਪੁਲਿਸ ਪ੍ਰਸ਼ਾਸਨ ਨੂੰ ਜਾ ਕੇ ਕੀਤੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਹੈ ਉਹ ਵੇਚੀ ਜਾ ਚੁੱਕੀ ਹੈ। ਰਾਣਾ ਗੁਰਜੀਤ ਜਿਹੜੇ ਕਿ ਉੱਥੇ ਦੇ ਵਿਧਾਇਕ ਨੇ ਉਹਨਾਂ ਦੇ ਹੱਥੋਂ ਵਿਕੀ ਜਾ ਚੁੱਕੀ ਹੈ ਤੇ ਉਹਨਾਂ ਦੀ ਜਿਹੜੀ ਸ਼ਿਕਾਇਤ ਹੈ ਦਰਜ ਨਹੀਂ ਹੋ ਰਹੀ। ਸੋ ਉਹਨਾਂ ਨੇ ਜਿਹੜਾ ਵਿਰੋਧ ਕੀਤਾ ਉਹ ਬੜਾ ਹੀ ਹੈਰਾਨੀ ਵਾਲਾ ਸੀ ਕਿ ਉਹਨਾਂ ਨੇ ਸੜਕ ਦੇ ਉੱਤੇ ਲੰਮੇ ਪੈ ਕੇ ਇਸ ਗੱਲ ਦਾ ਵਿਰੋਧ ਕੀਤਾ। ਉਹਨਾਂ ਦੇ ਨਾਲ ਇੱਕ ਔਰਤ ਵੀ ਸੀ, ਕਹਿੰਦੇ ਨੇ ਕਿ ਉਸਨੇ ਵੀ ਆਪਣੇ ਉੱਤੇ ਕਾਫੀ ਪੈਟਰੋਲ ਪਾ ਲਿਆ ਸੀ, ਪਰ ਹਜੇ ਉਹਨਾਂ ਦੀ ਹਾਲਤ ਜਿਹੜੀ ਸਥਿਰ ਦੱਸੀ ਜਾਂਦੀ ਹੈ। ਪਰ ਹੈਰਾਨੀ ਹੁੰਦੀ ਹੈ ਜਦੋਂ ਇੱਕ ਉਮੀਦਵਾਰ ਦੇ ਵੱਲੋਂ ਦੂਜੇ ਉਮੀਦਵਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਨ ਲਈ ਇਸ ਤਰੀਕੇ ਦੇ ਜਦੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਜੇਕਰ ਇਹਨਾਂ ਨੂੰ ਇਹੋ ਜਿਹੇ ਸੜਕਾਂ ਤੇ ਲੰਮੇ ਪੈ ਕੇ ਪ੍ਰਦਰਸ਼ਨ ਕਰਨ ਦੇ ਇਹਨਾਂ ਦੇ ਹਾਲਾਤ ਬਣ ਗਏ ਨੇ ਤੇ ਆਮ ਵਿਅਕਤੀ ਦੇ ਹਾਲਾਤ ਕੀ ਹੋਣਗੇ ਆਉਣ ਵਾਲੇ ਸਮੇਂ 'ਚ? ਦੇਖੋ ਗੱਲ ਇਹ ਹੈ, ਚਲੋ ਇਹ ਤਾਂ ਇਹਨਾਂ ਨੇ ਸੜਕਾਂ ਤੇ ਲੰਮੇ ਪੈ ਕੇ ਕੀਤਾ, ਚਲੋ ਮੰਜੂ ਰਾਣਾ ਨੇ ਕਿਸੇ ਨੂੰ ਗਾਲ ਨਹੀਂ ਕੱਢੀ। ਤੇ ਲੁਧਿਆਣੇ 'ਚ ਜੋ ਤਾਂਡਵ ਹੋਇਆ ਉਹ ਵੀ ਤੁਸੀਂ ਵੇਖਿਆ ਕਿ ਬੈਂਸ ਸਮਰਥਕ ਤੇ ਕੜਵਲ ਸਮਰਥਕ ਤੇ ਫਿਰ ਅਕਾਲੀਆਂ ਨਾਲ ਉਹ ਜਿਵੇਂ ਗਾਲੀ ਗਲੋਚ ਕਰ ਰਹੇ ਨੇ, ਉਹ ਵੀਡੀਓ ਵਾਇਰਲ ਹੋਈ, ਇੱਕ ਦੂਜੇ ਨੂੰ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢਦੇ ਨੇ। ਤਾਂ ਉਸ ਤੋਂ ਲੱਗਦਾ ਕਿ ਇਹ ਸਾਡੇ ਮਤਲਬ ਲੋਕ ਰਹਿਨੁਮਾਈ ਕਰਨਗੇ ਜਿਨ੍ਹਾਂ ਨੂੰ ਬੋਲਣ ਦੀ ਤਮੀਜ਼ ਨਹੀਂ ਔਰ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਉੱਥੇ ਔਰਤਾਂ ਵੀ ਮੌਜੂਦ ਨੇ, ਕੋਠਿਆਂ ਦੇ ਲੋਕ ਖੜੇ ਵੀ ਹੋਣਗੇ, ਆਸੇ-ਪਾਸੇ ਜਿਹੜੇ ਤਮਾਸ਼ਾਈ ਨੇ ਉਹ ਵੀ ਹੋਣਗੇ। ਤਾਂ ਮਤਲਬ ਵਿਵਹਾਰ ਆ ਜਿਹੜਾ ਉਹ ਇਸ ਤਰ੍ਹਾਂ ਕਹਿ ਲਓ ਸਵਾਰਥੀ ਹੋ ਗਿਆ ਕਿ ਸਭ ਨੂੰ ਇਹ ਹੈ ਕਿ ਬਸ ਕਿਵੇਂ ਨਾ ਕਿਵੇਂ ਅਸੀਂ ਵਿਧਾਇਕ ਬਣ ਜਾਈਏ। ਔਰ ਦੂਸਰੀ ਜਿਹੜੀ ਮਤਲਬ ਗੱਲ ਹੈ ਨਾ ਉਹ ਇਹ ਹੈ ਕਿ ਪੁਲਿਸ ਜਿਹੜੀ ਹੁੰਦੀ ਹੈ ਉਹ ਸੱਤਾਧਾਰੀ ਪਾਰਟੀ ਦਾ ਹੀ ਸਮਰਥਨ ਕਰਦੀ ਹੁੰਦੀ ਹੈ। ਰਾਣਾ ਗੁਰਜੀਤ ਨੂੰ ਜੇ ਪੁਲਿਸ ਵਾਲੇ ਮਤਲਬ ਸ਼ੈਲਟਰ ਦੇ ਰਹੇ ਨੇ ਜਾਂ ਉਹਨਾਂ ਦੀ ਗੱਲ ਮੰਨ ਰਹੇ ਨੇ ਜਾਂ ਉਹਨਾਂ ਦਾ ਜਿਹੜਾ ਕੋਈ ਵੀ ਉਮੀਦਵਾਰ ਹੈ ਉਹਦੇ ਪੱਖ 'ਚ ਭੁਗਤ ਰਹੇ ਨੇ ਤਾਂ ਉਹ ਭੁਗਤਣਗੇ ਕਿਉਂਕਿ ਜਾਨ ਜਿਹੜੀ ਉਹਨਾਂ ਦੀ ਹੈ ਜਾਂ ਉਹਨਾਂ ਦਾ ਜਿਹੜਾ ਭਵਿੱਖ ਆ ਉਹ ਸਮਝਦੇ ਨੇ ਕਿ ਇਹਨਾਂ ਦੇ ਹੱਥਾਂ ਵਿੱਚ ਸੁਰੱਖਿਅਤ ਹੈ ਕਿਉਂਕਿ ਅੱਜ ਇਹਨਾਂ ਕੋਲੇ ਤਾਕਤ ਹੈ। ਇਹਨਾਂ ਦਾ ਕਦੋਂ ਪਤਾ ਹੈ ਵੀ ਸਾਨੂੰ ਕੀ ਕਹਿ ਕੇ ਫੀਤੀਆਂ ਸਾਡੀਆਂ ਲਾ ਕੇ ਤਾਰੇ ਲਾ ਕੇ ਘਰੇ ਭੇਜ ਦੇਣ ਔਰ ਚੱਕ ਕੇ ਕਿਸੇ ਹੋਰ ਥਾਂ ਤੇ ਮਾਰਨ ਜਿੱਥੇ ਦਵਾਨੀ ਦੀ ਇਨਕਮ ਨਹੀਂ ਤੋਂ ਸਰ ਦੇ ਇੰਨੇ ਹੁੰਦੇ ਆ। ਤੇ ਮੰਜੂ ਰਾਣਾ ਠੀਕ ਆ, ਉਹਦਾ ਪ੍ਰਦਰਸ਼ਨ ਕੀ ਕਰੇ ਬੰਦਾ। ਔਰ ਜਦੋਂ ਉਸ ਨੂੰ ਇਹ ਲੱਗਿਆ ਕਿ ਮੇਰੀ ਗੱਲ ਹੀ ਨਹੀਂ ਸੁਣੀ ਜਾ ਰਹੀ, ਇੱਥੇ ਗੱਲ ਸੁਣਾਉਣ ਵਾਸਤੇ ਮਤਲਬ ਇਹ ਨਹੀਂਗਾ ਕਿ ਤੁਸੀਂ ਮਤਲਬ ਗੱਲ ਸੁਣਾਉਣੀ ਹੈ ਤੇ ਤੁਹਾਡੀ ਕੋਈ ਗੱਲ ਸੁਣ ਲੂਗਾ। ਤੁਸੀਂ ਪਹਿਲਾਂ ਜੇ ਡਿਪਟੀ ਕਮਿਸ਼ਨਰ ਕੋਲੇ ਵੀ ਕੋਈ ਗੱਲ ਸੁਣਾਉਣ ਜਾਣਾ ਤੇ 36 ਕਿਸਮ ਦੀਆਂ ਤੁਹਾਨੂੰ ਫਾਰਮੈਲਿਟੀਆਂ ਕਰਨੀਆਂ ਪੈਣੀਆਂ। ਜਦ ਤੱਕ ਤੁਹਾਡੀ ਵਾਰੀ ਆਉਣੀ ਹੈ ਡਿਪਟੀ ਕਮਿਸ਼ਨਰ ਨੂੰ ਮਿਲਣ ਦੀ, ਜਦ ਤੱਕ ਡਿਪਟੀ ਕਮਿਸ਼ਨਰ ਲੰਚ ਤੇ ਚਲੇ ਜਾਣਾ, ਉਹ ਜਦੋਂ ਵਾਪਸ ਆਉਣਾ ਉਦੋਂ ਨੂੰ ਤੁਹਾਨੂੰ ਭੁੱਖ ਲੱਗ ਜਾਣੀ ਹੈ ਤੇ ਤੁਸੀਂ ਘਰੇ ਚਲੇ ਜਾਣਾ। ਤਾਂ ਮਤਲਬ ਇੱਥੇ ਹੈ ਕਿ ਇੱਥੇ ਜੇ ਥਾਣੇਦਾਰ ਨੂੰ ਵੀ ਮਿਲਣਾ ਤਾਂ ਉਹਨੇ ਪਹਿਲਾਂ ਮਤਲਬ ਤੁਹਾਨੂੰ ਮੂਹਰਲਿਆਂ ਨਹੀਂ ਅੰਦਰ ਵੜਨ ਦੇਣਾ। ਔਰ ਜੇ ਤੁਸੀਂ ਜਿਹੜਾ ਦਰਬਾਨਜਾ ਹੁੰਦਾ ਉਹਦੇ ਨਾਲ ਅੱਖ ਮਿਲਾ ਲਈ ਉਹਨੇ ਪਹਿਲੇ ਪੁੱਛਣਾ ਹਾਂਜੀ, ਤੇ ਜੇ ਤੁਸੀਂ ਨਹੀਂ ਮਿਲਾਈ ਨਾ ਅੱਖ ਤੇ ਸਿੱਧੇ ਤੁਰ ਗਏ ਤੇ ਜੇ ਉਹਨੇ ਤੁਹਾਨੂੰ ਕਿਹਾ ਹਾਂਜੀ ਚੁੱਪ ਤੁਸੀਂ ਐਂ ਕਰਕੇ ਲੰਘ ਜਾਓ ਡਰ ਜੂਗਾ। ਤਾਂ ਇਹਨਾਂ ਦੀ ਇੱਕ ਸਾਈਕੀ ਹੁੰਦੀ ਹੈ ਜੀ। ਤਾਂ
ਮੰਜੂ ਰਾਣਾ ਦਾ ਇਸ ਤਰ੍ਹਾਂ ਪ੍ਰਦਰਸ਼ਨ ਕਰਨਾ ਇਸ ਕਰਕੇ ਜ਼ਰੂਰੀ ਹੋ ਗਿਆ ਸੀ ਕਿਉਂਕਿ ਉਹਦੀ ਗੱਲ ਨਹੀਂ ਸੁਣੀ ਜਾ ਰਹੀ ਸੀ। ਨਹੀਂ ਸੁਣੀ ਜਾ ਜਦੋਂ ਤੁਸੀਂ ਇਸ ਤਰ੍ਹਾਂ ਪ੍ਰਦਰਸ਼ਨ ਕਰਦੇ ਹੋ ਤਾਂ ਫਿਰ ਉਹ ਗੱਲ ਸੁਰਖੀਆਂ ਚ ਆਉਂਦੀ ਹੈ, ਉਹ ਫਿਰ ਵੀਡੀਓਜ਼ ਬਣਦੀਆਂ, ਵਾਇਰਲ ਹੁੰਦੀਆਂ, ਲੋਕ ਫਿਰ ਪ੍ਰਤੀਕਰਮ ਕਰਦੇ ਨੇ ਕਿ ਇੱਕ ਔਰਤ ਨਾਲ ਇਹ ਸਲੂਕ ਕੀਤਾ ਜਾ ਰਿਹਾ। ਔਰ ਰਾਣਾ ਗੁਰਜੀਤ ਜਿਹੜਾ ਕਿ ਆਪਣੇ ਆਪ ਨੂੰ ਬੜਾ ਕੱਦਾਵਰ ਕਾਂਗਰਸੀ ਆਗੂ ਸਮਝਦਾ, ਉਹਦਾ ਮਤਲਬ ਰਵੱਈਆ ਇਹ ਹੈ ਕਿ ਉਹ ਪੁਲਿਸ ਨੂੰ ਇਹ ਕਹਿ ਰਿਹਾ ਕਿ ਤੁਸੀਂ ਮਤਲਬ ਸਿਰਫ ਇਹਦੀ ਮਤਲਬ ਕਹਿ ਲਓ ਖਿਲਾਫਵਰਜੀ ਕਰਨੀ ਹੈ ਔਰ ਸਿਰਫ ਸਾਡੀ ਸੁਣਨੀ, तो ये तरीका नहीं है लेकिन लोकतंत्र च सारा कुछ जायज़ है और इत्थे ही सर गल ये भी आउंदी है कि जेकर एक विधायक दी शक्ति तो ही एक दूसरे उम्मीदवार नूं सड़कां ते लम्मे पै के अपनी गल मनवाणी पै रही है, अपना प्रदर्शन करना पै रहा है, ते जेकर असीं इहो जिहे उम्मीदवारां नूं ही वोटां पा के दुआर तो जितांदे रहांगे तां मैनूं लगदा है कि शायद एक दिन इदां दा आऊगा कि लोकां नूं भी अपणीਆਂ ਮੰਗਾਂ ਮਨਾਉਣ ਦੇ ਲਈ ਸੜਕਾਂ ਤੇ ਹੀ ਲੰਮੇ ਪੈਣਾ ਪਊਗਾ। ਇਹੋ ਜਿਹੇ ਹਾਲਾਤ ਬਣ ਜਾਣਗੇ। ਹੁਣ ਤੁਸੀਂ ਕਿਸਾਨ ਅੰਦੋਲਨ ਦੇਖ ਲਓ ਕੀ ਹੋਇਆ ਕਿ ਕਿੰਨੇ ਮਹੀਨੇ ਜਾ ਕੇ ਕਿਸਾਨ ਉੱਥੇ ਬੈਠੇ ਰਹੇ ਔਰ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਬਿਆਨ ਆਇਆ ਕਿ ਜੇ ਭਾਜਪਾ ਦੀ ਚੜ੍ਹਤ ਬਰਕਰਾਰ ਰਹੀ, ਇਸ਼ਾਰਾ ਉੱਤਰ ਪ੍ਰਦੇਸ਼ ਦੀਆਂ ਚੋਣਾਂ ਵੱਲ ਸੀ ਕਿ ਜੇ ਨਾ ਖਾਸ ਕਰਕੇ ਉੱਤਰ ਪ੍ਰਦੇਸ਼ ਵਿੱਚ ਬਾਕੀ ਵੀ ਜਿਹੜੇ ਰਾਜਾਂ ਦੇ ਵਿੱਚ ਇਹ ਜਿੱਤ ਗਈ ਤਾਂ ਜਿਹੜੇ ਕਿਸਾਨ ਖੇਤੀ ਕਾਨੂੰਨ ਰੱਦ ਹੋਏ ਨੇ ਇਹ ਦੁਬਾਰਾ ਅਮਲ ਚ ਲਿਆਂਦੇ ਜਾਣਗੇ। ਔਰ ਇਹਦੇ ਸੰਬੰਧ ਵਿੱਚ ਤੁਹਾਨੂੰ ਪਤਾ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੀ ਇਹ ਗੱਲ ਕਹਿ ਚੁੱਕੇ ਨੇ। ਸੋ ਇੱਥੇ ਨਾ ਮਤਲਬ ਕੁਝ ਵੀ ਸੰਭਵ ਹੈ ਔਰ ਤੁਹਾਨੂੰ ਆਪਣੀ ਗੱਲ ਸੁਣਵਾਉਣ ਵਾਸਤੇ ਬੜਾ ਕੁਝ ਕਰਨਾ ਪੈਂਦਾ। ਬਹੁਤ ਸਾਰੇ ਲੋਕ ਤੁਸੀਂ ਵੇਖਿਆ ਹੋਣਾ ਆਪਣੇ ਆਪ ਨੂੰ ਜੇ ਉਹਨਾਂ ਨੂੰ ਅਦਾਲਤ ਚ ਇਨਸਾਫ ਨਹੀਂ ਮਿਲਦਾ ਤਾਂ ਉਹ ਅਦਾਲਤ ਦੇ ਬੂਹੇ ਅੱਗੇ ਜਾ ਕੇ ਆਪਣੇ ਆਪ ਨੂੰ ਅੱਗ ਲਾ ਲੈਂਦੇ। ਬਿਲਕੁਲ। ਔਰ ਜੇ ਕੋਈ ਮੰਤਰੀ ਨਹੀਂ ਸੁਣਦਾ ਤਾਂ ਉਹ ਵਿਰੋਧ ਕਰਦੇ ਆ, ਕੋਈ ਟੈਂਕੀ ਤੇ ਚੜ ਜਾਂਦਾ, ਕੋਈ ਖੰਭੇ ਤੇ ਚੜ ਜਾਂਦਾ। ਉਹ ਆਪਣੀ ਜ਼ਿੰਦਗੀ ਨੂੰ ਜੋਖਮ ਚ ਪਾ ਕੇ ਦੱਸਣਾ ਚਾਹੁੰਦੇ ਆ ਕਿ ਸਾਡੇ ਹਾਲਾਤ ਇੰਨੇ ਸੰਗੀਨ ਨੇ ਕਿ ਸਾਨੂੰ ਸਾਰਾ ਕੁਝ ਕਰਨਾ ਪੈ ਰਿਹਾ ਔਰ ਸਾਡੀ ਕੋਈ ਸੁਣ ਨਹੀਂ ਕਰਦਾ। ਤਾਂ ਫਿਰ ਇਹੀ ਕੁਝ ਹੁੰਦਾ ਨਾ। ਤਾਂ ਇੱਥੇ ਪਰ ਗੱਲ ਇਹ ਹੈ ਕਿ ਸਮੂਹਿਕ ਰੂਪ ਵਿੱਚ ਜੇ ਲੋਕ ਜਾਗਣਗੇ ਨਹੀਂ, ਜਦੋਂ ਲੋਕਾਂ ਦੇ ਵਿੱਚ ਚੇਤਨਾ ਨਹੀਂ ਆਊਗੀ ਤਾਂ ਫਿਰ ਇਹੀ ਹੈਗਾ ਕਿ ਇਹੋ ਜਿਹੇ ਲੋਕ ਹੀ ਰਾਜ ਕਰਨਗੇ। ਹਰ ਸ਼ਾਖ पे उल्लू बैठे हैं, अंजाम गुलिस्तां क्या होगा ਉਹ ਸਭ ਨੂੰ ਪਤਾ ਜੀ। ਬਿਲਕੁਲ। ਔਰ ਇਹਦੇ ਨਾਲ ਹੀ ਨਾਲ ਅਸੀਂ ਜਾਂਦੇ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਕਹਾਂਗੇ ਕਿ ਵੋਟਾਂ ਜਿਹੜੀਆਂ ਨੇ ਤਕਰੀਬਨ ਹਰ ਰੋਜ਼ ਅੱਗੇ ਵੱਧਦਾ ਜਾ ਰਿਹਾ, ਦਿਨ ਬਹੁਤ ਥੋੜੇ ਰਹਿ ਗਏ ਨੇ। ਸੋ ਆਪਣੇ ਅੰਦਰ ਜਾਗਰੂਕਤਾ ਲਿਆਉਣੀ, ਆਪਣੇ ਅੰਦਰ ਚੇਤਨਤਾ ਲਿਆਉਣੀ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਸਹੀ ਉਮੀਦਵਾਰ ਦਾ ਜਿਹੜਾ ਹੈ ਚੁਣਾਵ ਕਰੀਏ। ਸੋ ਸੋਚ ਸਮਝ ਕੇ ਆਪਣੀ ਵੋਟ ਪਾਓ ਕਿਉਂਕਿ ਤੁਹਾਡੀ ਹਰ ਇੱਕ ਵੋਟ ਬਹੁਤ ਹੀ ਕੀਮਤੀ ਹੈ। ਇਹਦੇ ਨਾਲ ਹੀ ਨਾਲ ਚੋਣਾਂ ਭਰੀ ਚੰਗੇਰ ਪ੍ਰੋਗਰਾਮ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਸਾਨੂੰ ਦਿਓ ਇਜਾਜ਼ਤ, ਕੱਲ ਫੇਰ ਆਵਾਂਗੇ ਲੈ ਕੇ ਪ੍ਰੋਗਰਾਮ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।